ਸਮਝੋ ਕਿ ਜਿਵੇਂ ਕੋਈ ਆਪਣੀ ਸਵੈ ਜੀਵਨੀ ਸ਼ੁਰੂ ਕਰ ਰਿਹਾ। ਸੋ ਮੈਂ ਹਰ ਇੱਕ ਨੂੰ ਇਹ ਜਵਾਬ ਦਿੰਦਾ ਸੀ ਕਿ ਮੈਂ ਇਸ ਕਿਤਾਬ ਦੇ ਥੱਲੇ ਬਰੈਕਟਾਂ 'ਚ ਲੇਖ ਲੜੀਆਂ ਲਿਖਿਆ ਹੋਇਆ, ਇਹ ਸੋਚ ਕੇ ਹੀ ਲਿਖਿਆ ਹੋਇਆ ਹੈ ਕਿ ਮੈਂ ਇਹਨੂੰ ਕੋਈ ਵੀ ਹੋਰ ਨਾਂ ਨਾ ਦਿਆਂ। ਪਰ ਇਹ ਗੱਲ ਮੈਂ ਤੁਹਾਡੇ ਨਾਲ ਤਾਂ ਕਰ ਰਿਹਾ ਕਿ ਮੈਂ ਜਦੋਂ ਵੀ ਵਾਰਤਕ ਲਿਖੀ ਮੈਨੂੰ ਆਪ ਹੀ ਲੱਗਦਾ ਹੈ ਕਿ ਉਹ ਇੱਕ ਖਾਸ ਖਾਨੇ 'ਚ ਫਿੱਟ ਹੋਣ ਵਾਲੀ ਵਾਰਤਕ ਨਹੀਂ ਹੈ। ਭਾਵੇਂ ਉਹ ਮੇਰੀ ਕਿਤਾਬ ਹੈ ਬਾਤ ਇੱਕ ਬੀਤੇ ਦੀ, ਮੇਰੀਆਂ ਵਾਰਤਕ ਦੀ ਇੱਕ ਹੋਰ ਕਿਤਾਬ ਬਾਅਦ ਵਿੱਚ ਛਪੀ, ਉਹ ਵੀ ਐਕਚੁਅਲੀ ਲੇਖ ਸਨ। ਗੱਲ ਹੈ ਕਿ ਮੈਂ ਇਹ 'ਚ ਕੋਈ ਲੁਕਾਅ ਵਾਲੀ ਗੱਲ ਨਹੀਂ, ਮੈਂ ਬਹੁਤ ਸਖਤ ਐਂਟੀ ਮੋਦੀ ਆਦਮੀ, ਬਹੁਤ ਹੀ ਸਖਤ। ਖੱਬੇ ਪੱਖੀ ਤੇ ਬੜੇ ਲੋਕ ਹੁੰਦੇ ਨੇ, ਪਰ ਮੈਂ ਕਿਉਂਕਿ ਬਹੁਤ ਸਮਾਂ ਬਾਹਰ ਰਿਹਾ, ਮੇਰੇ ਅੰਦਰ ਲੇਸ ਮਾਤਰ ਵੀ, ਮੈਂ ਜਿਹਨੂੰ ਕਹਿੰਦੇ ਨੇ ਸੱਭਿਆਚਾਰਕ ਤੌਰ 'ਤੇ ਸਿੱਖ ਹਾਂ, ਪਰ ਮੇਰੇ ਅੰਦਰ ਵੀ ਲੇਸ ਮਾਤਰ ਵੀ ਧਾਰਮਿਕਤਾ ਨਹੀਂ ਹੈ। ਅਤੇ ਮੈਂ ਕਦੀ ਵੀ ਕਿਸੇ ਬੰਦੇ ਨੂੰ ਇਸ ਤਰ੍ਹਾਂ ਨਹੀਂ ਜੋਖਿਆ ਕਿ ਉਹਦਾ ਧਰਮ ਕੀ ਹੈ ਜਾਂ ਉਹਦਾ ਸੂਬਾ ਕੀ ਹੈ। ਮੇਰੇ ਲਈ ਕਦੀ ਇਹ ਵੀ ਨਹੀਂ ਹੋਇਆ ਕਿ ਮੈਨੂੰ ਕੋਈ ਸਿਰਫ ਇਸ ਲਈ ਜ਼ਿਆਦਾ ਮੈਂ ਕਿਸੇ ਨੂੰ ਤਰਜੀਹ ਦਿਆਂ ਕਿ ਉਹ ਮੇਰਾ ਫੈਲੋ ਪੰਜਾਬੀ ਹੈ ਅਤੇ ਫਲਾਣਾ ਮਦਰਾਸੀ ਹੈ। ਮੈਂ ਬੰਦੇ ਨੂੰ ਦੇਖਦਾ। ਇਹ ਗੱਲ ਮੇਰੇ 'ਚ ਆਈ ਕਿੱਥੋਂ? ਕਿਉਂਕਿ ਮੈਨੂੰ ਬਹੁਤ ਛੋਟੀ ਉਮਰ ਦੇ ਵਿੱਚ ਇੱਕ ਐਸੇ ਚੌਗਿਰਦੇ 'ਚ ਰਹਿਣਾ ਪਿਆ ਜਿੱਥੇ ਨਾ ਸਿਰਫ ਹਿੰਦੁਸਤਾਨ, ਪਾਕਿਸਤਾਨ, ਬੰਗਲਾਦੇਸ਼, ਸ੍ਰੀਲੰਕਾ ਤੋਂ ਲੈ ਕੇ ਅਫਰੀਕਾ ਦੇ ਉਹਨਾਂ ਮੁਲਕਾਂ ਦੇ ਲੋਕ ਸਨ ਜਿਨ੍ਹਾਂ ਦੇ ਮੈਂ ਜਾਣ ਤੱਕ ਕਦੀ ਨਾਂ ਨਹੀਂ ਸੀ ਸੁਣੇ। ਤੁਹਾਡੇ 'ਚ ਵੀ ਸ਼ਾਇਦ ਸੁਣਿਆ। ਮੇਰੀ ਕਲਾਸਮੇਟ ਹੁੰਦੀ ਸੀ, ਉਹ ਲਿਸੋਟੋ ਨਾਂ ਦੇ ਮੁਲਕ ਤੋਂ ਸੀ। ਤੁਹਾਡੇ 'ਚ ਮੈਨੂੰ ਲੱਗਦਾ ਬਹੁਤਿਆਂ ਨੇ ਕਦੀ ਮੁਲਕ ਦਾ ਹੀ ਨਹੀਂ ਨਾਂ ਸੁਣਿਆ। ਸੋ ਇਹ ਮੇਰਾ ਸੀ ਨਾ, ਉਹਦੇ 'ਚੋਂ ਮੈਨੂੰ ਇੱਕ ਗੱਲ ਦੀ ਸੋਝੀ ਹੋਈ ਕਿ ਮਨੁੱਖ ਚੰਗਾ ਜਾਂ ਮਾੜਾ ਹਰ ਫਿਰਕੇ, ਹਰ ਤਬਕੇ, ਹਰ ਧਰਮ, ਹਰ ਦੇਸ਼, ਹਰ ਨਸਲ, ਹਰ ਜ਼ਾਤ, ਜਿਹੜੀ ਕਿ ਹਿੰਦੁਸਤਾਨ 'ਚ ਬੜੀ ਪ੍ਰੋਬਲਮ ਕ੍ਰੀਏਟ ਕਰਦੀ, ਉਹਦੇ 'ਚ ਹੁੰਦਾ। ਇਸ ਲਈ ਕਦੀ ਵੀ ਮੈਂ ਲੋਕਾਂ ਨਾਲ ਲੜ ਵੀ ਪੈਂਦਾ ਕਈ ਵਾਰੀ। ਜੇ ਕੋਈ ਨਾ ਮੇਰੇ ਸਾਹਮਣੇ ਇੰਝ ਦੀ ਗੱਲ ਕਰ ਦੇਵੇ, ਔਰ ਮੈਂ ਲੜਿਆ ਹਾਂ ਵੀ ਕਿ ਸਾਰੇ ਭਈਏ ਜਿਹੜੇ ਹੈ ਪੰਜਾਬ 'ਚ ਉਹਨਾਂ ਨੇ ਗੰਦ ਪਾਇਆ ਹੋਇਆ ਹੈ, ਅਤੇ ਮੈਂ ਕਹਿੰਦਾ ਵੀ ਤੂੰ ਭਈਆ ਨਹੀਂ ਕਿਉਂ ਪਾਇਆ, ਤੁਹਾਨੂੰ ਕੋਈ ਨਹੀਂ ਪੰਜਾਬੀ ਦਿਸਦੇ ਜਿਹੜੇ, ਜਾਂ ਸਾਰੇ ਭਈਏ ਜਿਹੜੇ ਉਹ ਜੁਰਮ ਕਰਦੇ ਨੇ। ਮੈਂ ਕੋਈ ਪੰਜਾਬੀ ਨਹੀਂ ਤੁਹਾਨੂੰ ਦੱਸਿਆ ਜਿਹੜਾ ਜੁਰਮ ਕਰਦਾ ਵਾ। ਸੋ ਇਹ ਜਿਹੜੀ ਗੱਲ ਹੈ ਨਾ ਕਿ ਮੇਰੇ ਮਨ 'ਚ ਜਿਹੜੀਆਂ ਗੱਲਾਂ ਬਣੀਆਂ ਹੋਈਆਂ ਨਾ, ਮੈਨੂੰ ਲੱਗਦਾ ਇਹ ਮੇਰੀ ਵਾਰਤਕ 'ਚ ਨਾ ਬਾਰ-ਬਾਰ ਰਿਫਲੈਕਟ ਹੁੰਦੀਆਂ। ਜਦੋਂ ਮੈਂ ਆਪਣੀ ਕਹਾਣੀ ਦੀ ਗੱਲ ਕੀਤੀ ਸੀ ਅਤੇ ਕਿਸੇ ਨੇ ਮੈਨੂੰ ਇਹ ਸਵਾਲ ਕੀਤਾ ਸੀ ਕਿ ਤੁਹਾਡੀ ਕਹਾਣੀ ਦੀ ਇਹ ਸੀਮਾ ਹੈ ਕਿ ਤੁਸੀਂ ਬਹੁਤ ਜ਼ਿਆਦਾ ਉਹਦੇ ਵਿੱਚ ਕਈ ਵਾਰੀ ਪ੍ਰੀਚ ਕਰਦੇ ਹੋ ਕਿ ਬੰਦੇ ਨੂੰ ਸੋਚਣ ਲਈ। ਮੈਂ ਉਸ ਗੱਲ ਨੂੰ ਮੰਨਿਆ ਸੀ, ਕਿਉਂਕਿ ਇਹ ਮੇਰਾ ਸੁਭਾਅ ਹੈ ਕਿ ਮੈਂ ਜਿਹੜੀ ਗੱਲ ਕਹਿਣੀ ਚਾਹੁੰਦਾ ਨਾ, ਉਹ ਬਹੁਤੀ ਵਾਰੀ ਇਹ ਹੁੰਦੀ ਹੈ ਕਿ ਮੈਨੂੰ ਜਾਪਦਾ ਹੈ ਕਿ ਪੰਜਾਬੀ ਸਮਾਜ ਵਿੱਚ, ਕਿਉਂਕਿ ਮੈਂ ਪੰਜਾਬੀਆਂ ਨਹੀਂ ਲਿਖ ਰਿਹਾ, ਚੁਣਨ ਨੂੰ ਤਾਂ ਮੈਂ ਅੰਗਰੇਜ਼ੀ ਵੀ ਚੁਣ ਸਕਦਾ ਸੀਗਾ, ਕਿ ਪੰਜਾਬੀ ਸਮਾਜ ਵਿੱਚ ਕੁਝ ਗੱਲਾਂ ਨਹੀਂ ਕੀਤੀਆਂ ਜਾ ਰਹੀਆਂ ਜਾਂ ਉਸ ਦ੍ਰਿਸ਼ਟੀਕੋਣ ਤੋਂ ਨਹੀਂ ਕੀਤੀਆਂ ਜਾ ਰਹੀਆਂ ਜਿਹੜੀਆਂ ਕਿ ਪੰਜਾਬੀ ਸਮਾਜ ਵਿੱਚ ਪਹੁੰਚਾਉਣ ਦੀ ਲੋੜ ਹੈ। ਇਹ ਮੇਰੇ ਮਨ 'ਚ ਨਾ, ਮੇਰੀ ਵਾਰਤਕ ਮੈਂ ਜਦੋਂ ਵੀ ਲਿਖੀ ਹੈ, ਚਾਹੇ ਉਹ ਪੱਤਰਕਾਰੀ ਦੇ ਤੌਰ 'ਤੇ ਜਾਂ ਕਿਸੇ ਲੇਖ ਦੇ ਤੌਰ 'ਤੇ ਲਿਖੀ ਹੋਵੇ, ਉਹ ਕਦੀ ਗਈ ਨਹੀਂ ਮੇਰੇ ਅੰਦਰੋਂ। ਔਰ ਇਹਨੇ ਵਾਰਤਕ ਵਿੱਚ ਵੀ ਮੇਰੀ ਜਿਹੜੀ ਹੈ ਲਿਖਦਿਆਂ ਇਹ ਸੀਮਾ ਬਣਾਈ ਹੈ ਕਿ ਮੈਂ ਕੁਝ ਵੀ ਲਿਖ ਰਿਹਾ ਹਾਂ, ਮੈਂ ਉਹਦੇ ਵਿੱਚ ਆਪਣੀ ਸਿਆਸਤ ਨੂੰ ਲੁਕੋ ਨਹੀਂ ਸਕਦਾ। ਹੁਣ ਗੱਲ ਹੈ ਕਿ ਇਹ ਜਿਹੜੀ ਮੇਰੀ ਸੀਮਾ ਹੈ, ਮੈਨੂੰ ਜਾਪਦਾ ਹੈ ਕਿ ਜੇ ਮੈਂ ਇਸ ਸੀਮਾ ਨੂੰ ਮੰਨਦਾ ਤਾਂ ਮੈਨੂੰ ਜਾਪਦਾ ਇਹਦੀ ਇਹ ਸੰਭਾਵਨਾ ਵੀ ਹੈ ਕਿ ਮੈਂ ਕੁਝ ਸੰਚਾਰ ਕਰਨਾ ਚਾਹ ਰਿਹਾ। ਔਰ ਮੈਂ ਹੁਣ ਇਸ ਗੱਲ 'ਤੇ ਆਉਣਾ ਕਿ ਮੈਂ ਕਹਾਣੀ ਰਾਹੀਂ ਉਹ ਗੱਲਾਂ ਕਿਉਂ ਨਹੀਂ ਕਹਿੰਦਾ ਜਿਹੜੀਆਂ ਕਿ ਮੈਂ ਜਦ ਕਹਾਣੀਕਾਰ ਵੀ ਹਾਂ। ਅਸਲ 'ਚ ਗੱਲ ਹੈ ਕਿ ਕਹਾਣੀ ਦੀ ਜਿਹੜੀ ਵਿਧਾ ਹੈ, ਉਹਦੇ ਵਿੱਚ ਜਿਹੜੀ ਖਾਸ ਕਰ ਨਿੱਕੀ ਕਹਾਣੀ ਹੈ, ਉਹਦੇ 'ਚ ਇੱਕ ਤੰਦ ਹੋਣੀ ਚਾਹੀਦੀ ਹੈ, ਉਹਨੂੰ ਬਹੁਤਾ ਖਿੱਲਰਨਾ ਨਹੀਂ ਚਾਹੀਦਾ। ਮੈਨੂੰ ਲੱਗਦਾ ਕਿ ਨਿੱਕੀ ਕਹਾਣੀ 'ਚ ਸਮੱਸਿਆ ਆ ਜਾਂਦੀ, ਔਰ ਇਸ ਵੇਲੇ ਪੰਜਾਬੀ ਦੀ ਕਹਾਣੀ 'ਚ ਹੈ ਵੈ ਕਿ TV ਸੀਰੀਅਲ ਵਾਂਗੂ ਇੱਕ ਗੱਲ ਕਰਦੇ ਕਰਦੇ ਉਹ ਕਿਧਰੇ ਇੱਧਰ ਉੱਧਰ ਲੈ ਜਾਂਦੇ ਨੇ। ਇਹ ਹੁਣ ਪੰਜਾਬੀ ਦੀ ਲੰਮੀ ਨਵੀਂ ਕਹਾਣੀ 'ਚ ਤੁਹਾਨੂੰ ਕਈ ਵਾਰੀ ਦਿਖਦਾ ਕਿ ਨਾਵਲਟ ਔਰ ਕਹਾਣੀ ਦਾ ਫਰਕ ਵੀ ਨਹੀਂ ਰਿਹਾ। ਹੁਣ ਉਸ ਗੱਲ ਤੋਂ ਬਚਣ ਲਈ ਜਦੋਂ ਮੈਂ ਕਈ ਗੱਲਾਂ ਇਕੱਠੀਆਂ ਕਰਨੀਆਂ ਹੁੰਦੀਆਂ ਨੇ, ਜਦੋਂ ਮੈਂ ਤੰਦ ਇੱਕ ਪਾਸਿਓਂ ਛੋਹ ਕੇ ਪਰ ਜਾਣਾ ਕਿਧਰੇ ਹੋਰ ਹੁੰਦਾ, ਤਾਂ ਮੈਂ ਉਸ ਵੇਲੇ ਵਾਰਤਕ ਦਾ ਸਹਾਰਾ ਲੈਂਦਾ। ਹੁਣ ਮੈਂ ਨਾ ਤੁਹਾਡੇ ਸਾਹਮਣੇ ਦੋ ਚੀਜ਼ਾਂ ਪੜ੍ਹ ਕੇ ਪੇਸ਼ ਕਰੂੰਗਾ। ਇੱਕ ਹੈ ਜਿਹੜੀ ਕਿ ਬਿਲਕੁਲ ਰੀਸੈਂਟ ਹੈ, ਉਹ ਜੇ ਕੋਈ ਪੰਜਾਬੀ ਟ੍ਰਿਬਿਊਨ ਰੈਗੂਲਰਲੀ ਪੜ੍ਹਦਾ ਹੋਏ ਤਾਂ ਉਹਨੇ ਪੜ੍ਹੀ ਹੋਈ ਸੀ। ਉਹ ਮੈਨੂੰ ਸਵਰਾਜ ਵੀਰ ਹੋਰਾਂ ਦਾ ਫੋਨ ਆਇਆ ਕਿ ਲਤਾ ਦੀ ਡੈਥ ਹੋ ਗਈ ਹੈ ਅਤੇ ਤੂੰ ਕੁਝ ਲਿਖ ਕੇ ਭੇਜ। ਅਤੇ ਦੂਜਾ ਉਹਨਾਂ ਨੇ ਮੈਨੂੰ ਕਿਹਾ ਕਿ ਬਈ, ਮੈਂ ਕਿਹਾ ਮੈਂ ਤਾਂ ਨਾ ਕੋਈ ਸੰਗੀਤਕਾਰ ਹਾਂ, ਨਾ ਕੋਈ ਗਾਇਕ ਹਾਂ, ਮੈਂ ਤਾਂ ਇੱਕ ਐਡਮਾਇਰਰ ਹੀ ਹਾਂ ਨਾ ਲਤਾ ਦਾ। ਅਤੇ ਉਹਨਾਂ ਨੇ ਕਿਹਾ ਉਹਦਾ ਤੂੰ ਫਿਕਰ ਨਾ ਕਰ, ਮੈਂ ਨਿਵੇਦਿਤ ਸਿੰਘ ਉਹ ਤੁਹਾਡੇ ਯੂਨੀਵਰਸਿਟੀ 'ਚ ਪੜ੍ਹਾਉਂਦੇ ਨੇ ਕਿ ਉਹ ਲਤਾ 'ਤੇ ਉਸ ਪੱਖੋਂ ਲਿਖ ਰਹੇ ਨੇ। ਸੋ ਹੁਣ ਨਾ ਮੈਂ ਤੁਹਾਡੇ ਨਾਲ ਜਿਹੜੀ ਗੱਲ ਕੀਤੀ ਨਾ, ਤਾਂ
कि भी मैं मेरे अंदर जो कुछ ਹੁੰਦਾ है वो मेरी सियासत भी झलकती है, वो मैं ਤੁਹਾਨੂੰ ਛੋਟਾ ਜਿਹਾ ਲੇਖ ਪੜ੍ਹ ਕੇ ਸੁਣਾਉਣਾ। ਤੁਹਾਡੇ 'ਚੋਂ ਕਿਸੇ ਨੇ ਪੜ੍ਹਿਆ ਤਾਂ ਨਹੀਂ ਹੋਇਆ ਟ੍ਰਿਬਿਊਨ 'ਚ? ਓਕੇ, ਫਿਰ ਸਗੋਂ ਚੰਗੀ ਗੱਲ ਹੈ। ਇਹਦਾ ਲੇਖ ਇਹ ਨਾ ਸੋਚੇ ਪੂਰਾ ਅਖਬਾਰ ਹੈ, ਇਹ ਪਾਸਾ ਨਿਵੇਦਤਾ ਜੀ ਦਾ ਜੇ। ਗੱਲ ਹੈ ਕਿ ਮੇਰੀ ਲੇਖ ਦਾ ਨਾਂ ਹੈ ਅੱਲਾ ਤੇਰੋ ਨਾਮ ਈਸ਼ਵਰ ਤੇਰੋ ਨਾਮ। ਤੁਹਾਨੂੰ ਸ਼ਾਇਦ ਪਤਾ ਹੀ ਹੋਏ ਕਿ ਲਤਾ ਦਾ ਇੱਕ ਬਹੁਤ ਮਸ਼ਹੂਰ ਭਜਨ ਹੈ ਹਮ ਦੋਨੋਂ ਫਿਲਮ 'ਚੋਂ, ਇਹ ਉਹਦਾ ਮੁਖੜਾ ਹੈ। ਮੈਂ ਜ਼ਿਆਦਾ ਸ਼ਰਧਾਵਾਨ ਨਹੀਂ ਹਾਂ, ਤਾਂ ਵੀ ਮੇਰੇ ਜ਼ਿਹਨ ਵਿੱਚ ਇਸ ਵੇਲੇ ਵਾਰ-ਵਾਰ ਇੱਕ ਭਜਨ ਗੂੰਜ ਰਿਹਾ ਹੈ, ਅੱਲਾ ਤੇਰੋ ਨਾਮ ਈਸ਼ਵਰ ਤੇਰੋ ਨਾਮ, ਸਭ ਕੋ ਸਨਮਤੀ ਦੇ ਭਗਵਾਨ। ਮਹਾਤਮਾ ਗਾਂਧੀ ਦੇ ਮਨਪਸੰਦ ਭਜਨ ਦਾ ਮੁਖੜਾ ਲੈ ਕੇ ਸਾਡੇ ਮਹਾਨ ਸ਼ਾਇਰ ਸਾਹਿਰ ਲੁਧਿਆਣਵੀ ਨੇ 1961 ਦੀ ਫਿਲਮ ਹਮ ਦੋਨੋਂ ਲਈ ਇਹ ਭਜਨ ਲਿਖਦਿਆਂ ਅਗਲੀਆਂ ਸਤਰਾਂ ਇਹ ਰਚੀਆਂ। मांगों का सिंदूर न छूटे, बहनों की आस न टूटे, निर्बल को बल देने वाले बलवानों को दे दे ज्ञान। ਮੰਦਰ ਵਿੱਚ ਬੈਠ ਕੇ ਗਾ ਰਹੀ ਉਹਨਾਂ ਸਮਿਆਂ ਦੀ ਮਸ਼ਹੂਰ ਅਦਾਕਾਰਾ ਨੰਦਾ 'ਤੇ ਫਿਲਮਾਏ ਗਏ ਇਸ ਗੀਤ ਨੂੰ ਜਦੋਂ ਪਰਦੇ 'ਤੇ ਦਿਖਾਇਆ ਜਾਂਦਾ ਹੈ ਤਾਂ ਉਹਦੇ ਚਿਹਰੇ ਤੋਂ ਇਲਾਵਾ ਸਕਰੀਨ ਉੱਤੇ ਮਸੀਤ, ਗਿਰਜੇ ਅਤੇ ਹਰਮੰਦਰ ਸਾਹਿਬ ਦੇ ਬਿੰਬ ਵੀ ਨਾਲੋਂ ਨਾਲ ਉੱਭਰਦੇ ਹਨ। ਜਿਵੇਂ ਚਿੱਤਰਪਟ ਤੇ ਰੂਪਮਾਨ ਨਾਇਕਾ ਦੇ ਨਾਲ ਨਾਲ ਸਾਰਾ ਹਿੰਦੁਸਤਾਨ ਗਾ ਰਿਹਾ ਹੋਵੇ, ਨਿਰਬਲ ਕੋ ਬਲ ਦੇਣੇ ਵਾਲੇ ਬਲਵਾਨੋਂ ਕੋ ਦੇ ਦੇ ਗਿਆਨ। ਜਿਵੇਂ ਮੰਦਰ ਵਿੱਚ ਬੈਠੇ ਲੋਕਾਂ ਦੀ ਪ੍ਰਾਰਥਨਾ ਵਿੱਚ ਹਰ ਫਿਰਕੇ ਹਰ ਧਰਮ ਦੀ ਦੁਆ ਅਤੇ ਅਰਦਾਸ ਸ਼ਾਮਲ ਹੋਵੇ। ਰਾਗ ਗੌੜ ਸਾਰੰਗ ਵਿੱਚ ਜੈਦੇਵ ਦੇ ਸੁਰਪੱਧ ਕੀਤੇ ਇਸ ਭਜਨ ਨੂੰ ਗਾਇਆ ਤਾਂ ਅਸਲ ਵਿੱਚ ਲਤਾ ਮੰਗੇਸ਼ਕਰ ਨੇ ਸੀ, ਜੋ ਸੱਚਮੁੱਚ ਹਿੰਦੁਸਤਾਨ ਦੀ ਆਵਾਜ਼ ਸੀ, ਤੇ ਹਿੰਦੁਸਤਾਨ ਦੀ ਆਵਾਜ਼ ਹੁਣ ਖਾਮੋਸ਼ ਹੋ ਗਈ। ਆਜ਼ਾਦੀ ਮਿਲਣ ਤੋਂ ਮਗਰਲੇ ਪਹਿਲੇ ਦਹਾਕੇ ਵਿੱਚ ਪੈਦਾ ਹੋਈ ਮੇਰੀ ਪੀੜ੍ਹੀ ਜਦੋਂ ਜਵਾਨ ਹੋ ਰਹੀ ਸੀ ਤਾਂ ਲਤਾ ਦੀ ਆਵਾਜ਼ ਆਪਣੇ ਜਲਾਉ ਦੇ ਸਿਖਰ 'ਤੇ ਸੀ। ਮੁਲਕ 'ਤੇ ਭੀੜ ਬਣੀ ਲਤਾ ਦੇ ਐ ਮੇਰੇ ਵਤਨ ਕੇ ਲੋਗੋ ਜ਼ਰਾ ਆਂਖ ਮੇਂ ਭਰ ਲੋ ਪਾਣੀ ਨੇ ਸਾਨੂੰ ਰੁਆਇਆ। ਕਿਸੇ ਨੇ ਸਾਨੂੰ ਆਪਣੇ ਮੋਹ ਦਾ ਕੇਂਦਰ ਬਣਾਇਆ, ਅਸੀਂ ਆਪ ਕੀ ਨਜ਼ਰੋਂ ਨੇ ਸਮਝਾ ਪਿਆਰ ਕੇ ਕਾਬਿਲ ਮੁਝੇ, ਗੁਣਗੁਣਾਉਂਦੇ ਹੋਏ ਮਖਮੂਰ ਹੋਏ। ਕੋਈ ਵਿਛੜਿਆ, ਅਸੀਂ ਇਹ ਦਿਲ ਤੁਮ ਬਿਨ ਲਗਤਾ ਨਹੀਂ, ਹਮ ਕਿਆ ਕरें, ਸੁਣ ਸੁਣ ਕੇ ਹੰਝੂ ਕੇਰੇ। ਵਸਲ ਦੀਆਂ ਘੜੀਆਂ ਵਿੱਚ ਅਸੀਂ ਲਗ ਜਾ ਗਲੇ, ਫਿਰ ਇਹ ਹਸੀਂ ਰਾਤ ਹੋ ਨਾ ਹੋ ਦੀ ਤਰਜ਼ੇਨ ਵਿੱਚ ਰੱਖਦਿਆਂ ਲਰਜ਼ੇ। ਦੇਸ਼ ਭਗਤੀ ਤੋਂ ਲੈ ਕੇ ਰੱਬ ਭਗਤੀ, ਮੁਹੱਬਤ ਦੇ ਸਰੂਰ ਤੋਂ ਲੈ ਕੇ ਤੋੜ ਨਾ ਚੜ੍ਹ ਸਕੀਆਂ ਚਾਹਤਾਂ ਦੀ ਭੀੜ, ਤੇ ਸਭ ਦੇ ਅੰਦਰ ਲੁਕੇ ਹੋਏ ਨਟਖਟ ਖਿਆਲਾਂ ਦੀ ਤਰਜਮਾਨੀ। ਕਿਹੜਾ ਰੌਂ ਹੈ ਜਿਹੜਾ ਲਤਾ ਦੀ ਆਵਾਜ਼ ਵਿੱਚ ਨਹੀਂ ਢਲਿਆ? ਕਿਹੜੀ ਕੈਫੀਅਤ ਹੈ ਜਿਹਨੂੰ ਲਤਾ ਨੇ ਪੇਸ਼ ਨਾ ਕੀਤਾ ਹੋਵੇ? ਹਿੰਦੁਸਤਾਨ ਦੀਆਂ 20 ਤੋਂ ਵੱਧ ਜ਼ਬਾਨਾਂ ਵਿੱਚ ਗਾਣ ਵਾਲੀ ਲਤਾ ਦੇ ਕਿਸ ਗੀਤ ਦੀ ਮਿਸਾਲ ਦਿਆਂ ਹਰ ਕਿਸੇ ਕੋਲ ਉਹਦਾ ਗਾਇਆ ਆਪਣਾ ਮਨਪਸੰਦ ਗੀਤ ਹੈ, ਉਸ ਨਾਲ ਜੁੜੀ ਆਪੋ ਆਪਣੀ ਯਾਦ ਹੈ। ਲਤਾ ਨੇ ਜਿਸ ਵੀ ਜ਼ਬਾਨ ਵਿੱਚ ਗਾਇਆ ਉਹਦੀ ਰੂਹ ਵਿੱਚ ਉਤਰ ਕੇ ਗਾਇਆ। ਤਾਮਿਲ ਹੋਵੇ ਜਾਂ ਪੰਜਾਬੀ, ਬੰਗਾਲੀ ਹੋਵੇ ਜਾਂ ਉਰਦੂ, ਲਤਾ ਦੇ ਸੁਰ ਹੀ ਨਹੀਂ ਉਹਦੇ ਉਚਾਰਨ ਵਿੱਚ ਵੀ ਕੋਈ ਥਿੜਕਣ ਨਹੀਂ ਲੱਭਦੀ, ਕੋਈ ਤਰੁੱਟੀ ਨਹੀਂ ਲੱਭਦੀ। ਕਹਿੰਦੇ ਹਨ ਕਿਸੇ ਵੀ ਭਾਸ਼ਾ ਦਾ ਗੀਤ ਗਾਉਣ ਤੋਂ ਪਹਿਲਾਂ ਲਤਾ ਉਹਦੇ ਮੂਲ ਭਾਸ਼ੀ ਕੋਲੋਂ ਉਹਦੀਆਂ ਸਾਰੀਆਂ ਸਤਰਾਂ ਸੁਣਦੀ ਸੀ, ਉਹਨਾਂ ਦਾ ਮਤਲਬ ਸਮਝਣ ਦੀ ਕੋਸ਼ਿਸ਼ ਕਰਦੀ ਸੀ, ਉਸ ਗੀਤ ਦੇ ਬੋਲਾਂ ਦੀ ਰੂਹ ਵਿੱਚ ਲੈਣ, ਉਸ ਜ਼ਬਾਨ ਦੀ ਅੰਦਰੂਨੀ ਟੁਣਕਾਰ ਨੂੰ ਫੜ ਲੈਣ ਤੋਂ ਬਾਅਦ ਹੀ ਗਾਉਂਦੀ ਸੀ। ਇਹ ਕਲਾਕਾਰ ਦੀ ਆਪਣੇ ਕਸਬ ਪ੍ਰਤੀ ਸ਼ਰਧਾ ਅਤੇ ਲਗਨ ਦੀ ਸਿਖਰ ਹੈ। ਲਤਾ ਦੀ ਹਿੰਦੀ ਵਿੱਚ ਕੋਈ ਮੁਲਾਕਾਤ ਸੁਣ ਕੇ ਵੇਖੋ, ਉਹਦੀ ਮਾਤ ਭਾਸ਼ਾ ਮਰਾਠੀ ਦਾ ਪੋਖਾ ਸਾਫ਼ ਸੁਣਾਈ ਦਿੰਦਾ ਹੈ, ਪਰ ਮਜਾਲ ਹੈ ਉਹਦੇ ਕਿਸੇ ਗੀਤ ਵਿੱਚ ਇਸ ਕਿਸਮ ਦਾ ਕੋਈ ਵੀ ਝੌਲਾ ਪਵੇ। ਇਹ ਗੱਲ ਵੀ ਮਸ਼ਹੂਰ ਹੈ ਕਿ ਸ਼ੁਰੂਆਤੀ ਦੌਰ ਵਿੱਚ ਉਹਦੇ ਉਰਦੂ ਤਲੱਫੁਜ਼ ਯਾਨੀ ਉਚਾਰਨ ਦੀਆਂ ਖਾਮੀਆਂ ਦੇਖਦੇ ਹੋਏ ਦਲੀਪ ਕੁਮਾਰ ਨੇ ਇਸ਼ਾਰਾ ਕੀਤਾ ਸੀ ਕਿ ਜੇ ਗਾਇਕ ਸ਼ਬਦ ਸਹੀ ਨਾ ਉਚਾਰ ਸਕੇ ਤਾਂ ਸੁਣਨ ਵਾਲੇ ਪਾਰਖੀ ਦਾ ਅੱਧਾ ਸਵਾਦ ਮਾਰਿਆ ਜਾਂਦਾ ਹੈ। ਲਤਾ ਨੇ ਇਸ ਗੱਲ ਨੂੰ ਪੱਲੇ ਬੰਨ੍ਹ ਲਿਆ ਤੇ ਐਸੀ ਮੁਹਾਰਤ ਹਾਸਲ ਕੀਤੀ ਕਿ ਪੰਜਾਬੀ ਮੂਲ ਦਾ ਮੁਹੰਮਦ ਰਫੀ ਤਾਂ ਫੇਰ ਵੀ ਕਿਤੇ ਕਿਤੇ ਟੱਪਲਾ ਖਾ ਜਾਂਦਾ ਹੈ, ਪਰ ਮਰਾਠੀ ਭਾਸ਼ੀ ਲਤਾ ਕੋਲੋਂ ਕਦੇ ਕੋਈ ਉਕਾਈ ਹੁੰਦੀ ਨਹੀਂ ਲੱਭਦੀ। ਇੱਥੋਂ ਤੱਕ ਕਿ ਹੇ ਮੈਨੇ ਕਸਮ ਲੀ, ਤੇਰੇ ਮੇਰੇ ਸੁਪਨੇ ਫਿਲਮ ਦਾ ਇਹ ਗਾਣਾ 1971 ਦੀ ਦਾ ਵਾਲੇ ਗੀਤ ਵਿੱਚ ਲਤਾ ਦਾ ਉਰਦੂ ਕਾਫ ਦਾ ਉਚਾਰਨ, ਜਿਹੜਾ ਕਸਮ ਹੈ ਨਾ, ਅਸੀਂ ਪੰਜਾਬੀ 'ਚ ਕਸਮ ਕਹਿੰਦੇ ਹਾਂ ਪਰ ਠੀਕ ਉਹਦਾ ਉਚਾਰਨ ਖਸਮ ਹੈ। ਉਹਦਾ ਕਾਫ ਦਾ ਉਚਾਰਨ ਤਾਂ ਸਪਸ਼ਟ ਹੈ, ਪਰ ਇਹਨਾਂ ਦੁਗਾਣਿਆਂ ਵਿੱਚ ਨਾਲ ਗਾਉਣ ਵਾਲਾ ਕਿਸ਼ੋਰ ਕੁਮਾਰ ਸਿਰਫ ਲਤਾ ਨਾਲ ਕਦਮ ਮਿਲਾਉਣ ਦੀ ਕੋਸ਼ਿਸ਼ ਕਰਦਾ ਜਾਪਦਾ ਹੈ। ਲਤਾ ਦਾ ਗਾਣ ਕਾਲ ਆਜ਼ਾਦੀ ਦੇ ਮੁੱਢਲੇ ਵਰਿਆਂ ਤੋਂ ਸ਼ੁਰੂ ਹੋ ਕੇ ਸਦੀ ਦੇ ਦੂਜੇ ਦਹਾਕੇ ਦੇ ਮੱਧ 'ਤੇ ਫੈਲਿਆ ਹੋਇਆ ਹੈ। ਇਸ ਤੋਂ ਬਾਅਦ ਢਲਦੀ ਉਮਰ ਤੇ ਡਿੱਗਦੀ ਸਿਹਤ ਕਾਰਨ ਆਵਾਜ਼ ਵਿੱਚ ਹੌਲੀ ਹੌਲੀ ਆ ਗਈਆਂ ਤਬਦੀਲੀਆਂ ਕਾਰਨ ਲਤਾ ਨੇ ਕਸਬੀ ਤੌਰ 'ਤੇ ਗਾਣਾ ਬੰਦ ਕਰ ਦਿੱਤਾ।
ਪਰ ਕਸਬੀ ਗੈਰ ਹਾਜ਼ਰੀ ਦੇ ਬਾਵਜੂਦ ਮੁਲਕ ਵਿੱਚ ਸੰਗੀਤ ਦੀ ਮਲਕਾ ਉਹੀਓ ਰਹੀ ਤੇ ਰਹੇਗੀ। ਔਰਤ ਕਲਾਕਾਰਾਂ ਦੇ ਸਹਿਜ ਗਾਇਨ ਲਈ ਲਤਾ ਦੇ ਸਿਰਜੇ ਸੁਰਾਂ ਦੇ ਉਤਾਰ ਚੜ੍ਹਾਅ ਤੇ ਸਵਰਾਤਮਕ ਮਿਆਰ ਹੁਣ ਤੱਕ ਭਾਰਤੀ ਫਿਲਮ ਗਾਇਕੀ ਤੇ ਭਾਰੂ ਹਨ। ਉਹਦੀ ਬਹੁਤ ਪ੍ਰਵੀਨ ਤੇ ਸਕੀ ਭੈਣ ਆਸ਼ਾ ਭੋਸਲੇ ਵੀ ਆਪਣਾ ਵੱਖਰਾ ਤੇ ਅਹਿਮ ਮੁਕਾਮ ਸਿਰਜ ਲੈਣ ਦੇ ਬਾਵਜੂਦ ਇਹਨਾਂ ਲੀਹਾਂ ਤੋਂ ਬਹੁਤਾ ਲਾਂਭੇ ਨਹੀਂ ਜਾ ਸਕੀ। ਇਸ ਲਈ ਬਿਨਾਂ ਕਿਸੇ ਅਤਕਥਨੀ ਦੇ ਬਿਨਾਂ ਝਿਜਕਿਆਂ ਕਿਹਾ ਜਾ ਸਕਦਾ ਹੈ ਕਿ ਲਤਾ ਵਰਗਾ ਕਲਾਕਾਰ ਸਦੀਆਂ 'ਚ ਇੱਕ ਪੈਦਾ ਹੁੰਦਾ ਹੈ। ਪਰ ਉਹਦੀ ਆਵਾਜ਼ ਸਾਡੀਆਂ ਹੀ ਨਹੀਂ ਅਗਲੇਰੀਆਂ ਪੀੜ੍ਹੀਆਂ ਨੂੰ ਵੀ ਸਰਸ਼ਾਰ ਕਰਦੀ ਰਹੇਗੀ। ਲਤਾ ਦਾ ਵਤਨ ਅੱਜ ਜਿਸ ਦੌਰ 'ਚੋਂ ਲੰਘ ਰਿਹਾ ਹੈ ਉਹਦੇ ਵਿੱਚ ਬੜੇ ਸਾਰੇ ਲੋਕ ਦਾਅਵਾ ਕਰ ਰਹੇ ਹਨ ਕਿ ਇਹ ਸਿਰਫ ਈਸ਼ਵਰ ਦਾ ਦੇਸ਼ ਹੈ, ਕਿਸੇ ਅੱਲਾਹ ਦੀ ਇੱਥੇ ਕੋਈ ਥਾਂ ਨਹੀਂ। ਉਹ ਕਹਿੰਦੇ ਹਨ ਕਿ ਲਤਾ ਹਿੰਦੂ ਸੀ, ਇਸ ਲਈ ਸਾਡੀ ਸੀ। ਇਤਿਹਾਸ ਨੂੰ ਆਪਣੀ ਮਰਜ਼ੀ ਮੁਤਾਬਕ ਘੜ ਕੇ ਉਹ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਲਤਾ ਉਹਨਾਂ ਵਰਗੀ ਹੀ ਰਾਸ਼ਟਰ ਭਗਤ ਸੀ ਤੇ ਉਹਨੇ ਵੀਰ ਸਾਵਰਕਰ ਦੇ ਕਹਿਣ ਉੱਤੇ ਇਹ ਮੇਰੇ ਵਤਨ ਕੇ ਲੋਗੋ ਵਰਗੇ ਦੇਸ਼ ਭਗਤੀ ਦੇ ਗੀਤ ਗਾਣੇ ਸ਼ੁਰੂ ਕੀਤੇ। ਇਹ ਉਹੀਓ ਲੋਕ ਨੇ ਜਿਨ੍ਹਾਂ ਨੂੰ ਵਤਨ ਸ਼ਬਦ ਹੀ ਗਵਾਰਾ ਨਹੀਂ, ਕਿਉਂਕਿ ਉਹਨਾਂ ਨੂੰ ਇਹ ਮੁਸਲਮਾਨਾਂ ਦੀ ਜ਼ਬਾਨ ਉਰਦੂ ਦਾ ਸ਼ਬਦ ਜਾਪਦਾ ਹੈ। ਉਹ ਜਾਣਨਾ ਹੀ ਨਹੀਂ ਚਾਹੁੰਦੇ ਕਿ ਲਤਾ ਨੂੰ ਉਰਦੂ ਨਾਲ ਕਿੰਨਾ ਪਿਆਰ ਸੀ ਤੇ ਵੇਲ ਦੀਆਂ ਘੜੀਆਂ ਵਿੱਚ ਉਹ ਉਰਦੂ ਗਜ਼ਲਾਂ ਸੁਣਨਾ ਪਸੰਦ ਕਰਦੀ ਸੀ। ਮੁਸਲਮਾਨਾਂ ਨੂੰ ਨਫ਼ਰਤ ਕਰਨ ਵਾਲੇ ਇਹ ਭਗਤ ਕੀ ਜਾਣਨ ਕਿ ਲਤਾ ਆਪਣੇ ਯੂਸੁਫ ਭਾਈ, ਜਿਹੜਾ ਦਲੀਪ ਕੁਮਾਰ ਦਾ ਅਸਲੀ ਨਾਂ ਹੈ, ਨੂੰ ਨੇਮ ਨਾਲ ਰੱਖੜੀ ਬੰਨ੍ਹਦੀ ਸੀ। ਬਿਰਿਆਨੀ ਖਾਣ ਵਾਲਿਆਂ ਨੂੰ ਵੱਖਰੀ ਕੌਮ ਗਰਦਾਨਣ ਵਾਲੇ ਇਹ ਜਨੂਨੀ ਕੀ ਜਾਣਨ ਕਿ ਲਤਾ ਬਿਰਿਆਨੀ ਤੇ ਕਬਾਬ ਸ਼ੌਕ ਨਾਲ ਖਾਂਦੀ ਸੀ ਤੇ ਵਹੀਦਾ ਰਹਿਮਾਨ ਹਰ ਮੌਕੇ ਤੇ ਤਿਉਹਾਰ ਤੇ ਉਹਦੇ ਘਰ ਬਿਰਿਆਨੀ ਤੇ ਕਬਾਬ ਭਿਜਵਾਉਂਦੀ ਸੀ। ਇਹ ਗੱਲਾਂ ਮੈਂ ਘੜੀਆਂ ਨਹੀਂ ਹੋਈਆਂ, ਇਹ ਦਰਜ ਨੇ ਲਤਾ ਦੀਆਂ। ਬਿਲਕੁਲ ਮੁੱਢਲੇ ਦੌਰ ਦੀਆਂ ਕੁਝ ਨਿਗੂਣੀਆਂ ਫਿਲਮਾਂ ਨੂੰ ਛੱਡ ਦਈਏ ਤਾਂ ਲਤਾ ਨੇ ਪਰਦੇ ਤੇ ਆ ਕੇ ਕਦੀ ਨਹੀਂ ਗਾਇਆ, ਕਿਉਂਕਿ ਲਤਾ ਨੇ ਬਹੁਤ ਸ਼ੁਰੂ 'ਚ ਨਾ ਯੰਗ ਕੁੜੀ ਦੇ ਤੌਰ ਤੇ ਐਕਟ ਵੀ ਕੀਤਾ ਸੀ ਤੇ ਉਦੋਂ ਉਹਨੇ 2 ਗਾਣੇ ਗਾਏ ਸੀ, ਪਰ ਫਿਰ ਉਹ ਪਰਦੇ ਤੇ ਆ ਕੇ ਕਦੀ ਨਹੀਂ ਗਾਇਆ। ਸਿਰਫ ਇੱਕ ਵਾਰ ਆਪਣੇ ਲੰਮੇ ਕਾਰਜਕਾਲ ਦੇ ਆਖਰੀ ਦੌਰ ਵਿੱਚ ਲਤਾ ਨੇ ਲਤਾ ਦਾ ਹੀ ਰੋਲ ਨਿਭਾਉਂਦਿਆਂ ਹੋਇਆ ਪਰਦੇ ਤੇ ਆ ਕੇ ਗੀਤ ਗਾਇਆ। ਫਿਲਮ ਸੀ ਸਨ 2000 ਵਿੱਚ ਰਿਲੀਜ਼ ਹੋਈ ਪੁਕਾਰ ਤੇ ਭਜਨ ਨਾਮ ਗੀਤ ਦਾ ਮੁਖੜਾ ਸੀ ਇੱਕ ਤੂੰ ਹੀ ਭਰੋਸਾ। ਇਹਦੀਆਂ ਸ਼ੁਰੂਆਤੀ ਸਤਰਾਂ ਹਨ। आ जाओ कि सब मिलके रब से ये दुआ मांगें, जीवन में सुकून चाहें, चाहत में वफ़ा मांगें, हालात बदलने में अब देर ना हो मालिक, जो देख चुके देखा अब अंधेर ना हो मालिक, एक तू ही भरोसा एक तू ही सहारा। एक गल फेर दोहरावांगा कि ज़्यादा शरधावान ना होने के बावजूद अज लता की इस पुकार में शामिल होने को जी करता है। लता नहीं रही, उहदे बोल अमर हैं। हुण ये जिहड़ा आर्टिकल है ਤੁਹਾਨੂੰ ਸਮਝ ਆਉਂਦਾ ਕਿ ਕਿਉਂ ਪੋਲੀਟੀਕਲ ਹੈ? ਕਿਉਂਕਿ ਮੈਂ ਕਦੀ ਲਿਖ ਹੀ ਨਹੀਂ ਸਕਦਾ ਕਿਸੇ ਬਾਰੇ ਵੀ ਲਿਖ ਰਿਹਾ ਹਾਂ ਤੇ ਮੈਂ ਜਿਹੜਾ ਮੇਰੇ ਮਨ 'ਚ ਜੋ ਜ਼ਿਹਨ 'ਚ ਚੱਲ ਰਿਹਾ ਉਹਨੂੰ ਮੈਂ ਛੱਡ ਕੇ ਲਿਖਾਂ। ਇਸ ਕਰਕੇ ਹੈ ਕਿ ਜੇ ਹੁਣ ਇਹੋ ਜਿਹੀਆਂ ਗੱਲਾਂ ਜਿਹੜੀਆਂ ਨਾ ਕਈ ਵਾਰੀ ਕਹਾਣੀ 'ਚ ਕਰਨੀਆਂ ਹੋਣ ਨਾ ਤੇ ਕਹਾਣੀ ਬਹੁਤ ਜ਼ਿਆਦਾ ਪ੍ਰੀਚੀ ਲੱਗਣ ਲੱਗ ਪਈ। ਪਰ ਮੇਰੇ ਮਨ 'ਚ ਬੜੇ ਸਾਲਾਂ ਤੋਂ ਅਸਲ 'ਚ ਗੱਲ ਹੈ ਕਿ ਕੱਲ੍ਹ ਰਾਤੀ ਤੁਹਾਡੇ ਕੁਝ ਉਸਤਾਦ ਜਿਹੜੇ ਨੇ ਉਹ ਮੇਰੇ ਨਾਲ ਬੈਠੇ ਹੋਏ ਸਨ। ਤੁਹਾਡੀ ਯੂਨੀਵਰਸਿਟੀ ਦੇ ਪੁਰਾਣੇ ਟੀਚਰ, ਪਤਾ ਨਹੀਂ ਸ਼ਾਇਦ ਤੁਹਾਡੇ 'ਚੋਂ ਕੋਈ ਉਹਨਾਂ 'ਚੋਂ ਪੜ੍ਹਿਆ, ਉਹਨਾਂ ਕੋਲੋਂ ਪੜ੍ਹਿਆ ਹੋਵੇ, ਪਰ ਨਾਂ ਨਾਲ ਤਾਂ ਜ਼ਰੂਰ ਵਾਕਫ ਹੋਵੇ। ਪੰਜਾਬੀ ਆਲੋਚਨਾ ਕਹਾਣੀ ਵਿੱਚ ਉਹਨਾਂ ਦਾ ਬੜਾ ਵੱਡਾ ਨਾਂ, ਖੁਦ ਵੀ ਕਹਾਣੀਕਾਰ ਨੇ, ਬਲਦੇਵ ਢਾਲੀਵਾਲ। ਬਲਦੇਵ ਹੋਰਾਂ ਨੇ ਮੈਨੂੰ ਕਿਹਾ ਕਿ ਮੈਂ ਤੁਹਾਨੂੰ ਜਿਸ ਤਰ੍ਹਾਂ ਦੱਸਿਆ ਹੀ ਸੀ ਨਾ, ਮੇਰੀ ਪਿਛਲੇ ਸਾਲ ਤਾਂ ਮੇਰੀਆਂ 2 ਕਹਾਣੀਆਂ ਛਪੀਆਂ, ਪਰ ਉਸ ਤੋਂ ਪਹਿਲਾਂ ਜਿਹੜੀ ਕਹਾਣੀ ਛਪੀ ਸੀ ਉਹ 4-5 ਸਾਲ ਪਹਿਲਾਂ ਲਿਖੀ ਸੀ। ਕਹਿੰਦੇ ਯਾਰ ਇੱਕ ਗੱਲ ਦੱਸ ਵੀ ਮੈਨੂੰ ਸਮਝ ਨਹੀਂ ਆਉਂਦੀ, ਤੂੰ 4-4 ਸਾਲ ਵਿੱਚ ਖੱਪੇ ਪਾ ਦਿੰਦਾ ਮੈਂ, ਵਿੱਚ ਘਰ ਕਈ ਵਾਰੀ 7 ਸਾਲ ਨਹੀਂ ਲਿਖਦਾ, ਫਿਰ ਤੰਦ ਉੱਥੋਂ ਹੀ ਫੜ ਲੈਣਾ ਹੈ, ਇਹਦਾ ਕੀ ਕਾਰਨ? ਮੈਂ ਕਿਹਾ ਬਲਦੇਵ ਜੀ ਗੱਲ ਹੈ ਕਿ ਵੀ ਜਦੋਂ ਦਾ ਮੋਦੀ ਆਇਆ ਸੀ ਨਾ, ਮੈਨੂੰ ਹਰ ਵਕਤ ਮੇਰੇ ਅੰਦਰ ਇੱਕ ਰੋਹ ਜਾਗਦਾ ਰਹਿੰਦਾ ਸੀਗਾ ਕਿ ਸਾਡੇ ਮੁਲਕ ਦਾ ਕੀ ਹਾਲ ਕਰ ਰਿਹਾ ਵੈ, ਅਤੇ ਮੈਂ ਲਗਾਤਾਰ ਜਿਹਨੂੰ ਕਹਿੰਦੇ ਨੇ ਨਾ ਲਿਖਦਾ ਰਿਹਾ, ਲੇਖ ਲੜੀਆਂ ਲਿਖਦਾ ਰਿਹਾ। ਅਤੇ ਹੁਣ ਮੈਨੂੰ ਲੱਗਦਾ ਕਿ ਜਿੰਨਾ ਕੁ ਮੈਂ ਪੰਜਾਬੀ ਸਮਾਜ ਨੂੰ ਸਮਝਾਉਣਾ ਸੀ ਉਹਦੇ ਬਾਰੇ ਕਰ ਚੁੱਕਾ। ਔਰ ਮੋਦੀ ਦੀ ਨਾ ਐਕਚੁਅਲੀ ਜਿੰਨਾ ਮੈਂ ਮੋਦੀ 'ਤੇ ਲਿਖਿਆ ਉਹਦੀ ਤਾਂ ਪੂਰੀ ਦੀ ਪੂਰੀ ਇੱਕ ਕਿਤਾਬ ਆ ਛਪੀ ਸੀ, ਔਰ ਇਹ 2017 ਦੀ ਛਪੀ ਹੋਈ ਹੈ। ਹੁਣ 5 ਸਾਲ ਹੋਰ ਲੰਘ ਗਏ ਨੇ। ਮੈਂ ਉਦੋਂ ਇਹ ਸਾਰਾ ਲੇਖ ਲਿਖ ਦਿੱਤੇ ਸੀ ਵੀ ਮੋਦੀ ਬਹੁਤ ਵੱਡਾ ਖਤਰਾ ਹਿੰਦੁਸਤਾਨ ਨੂੰ, ਇਹ ਸਾਨੂੰ ਵੰਡ ਰਿਹਾ। ਇਹਦਾ ਕਿਤਾਬ ਦਾ ਨਾਂ ਹੀ ਇਹ ਸੀ, ਇਸ ਖਤਰਨਾਕ ਮੋੜ 'ਤੇ। ਔਰ ਹੁਣ 5 ਸਾਲ ਬਾਅਦ ਅੱਜ ਤੁਹਾਨੂੰ ਪਤਾ ਯੂਪੀ ਦੇ ਰਿਜ਼ਲਟ ਆ ਰਹੇ ਨੇ, ਫਿਰ ਭਾਜਪਾ ਆ ਰਹੀ ਹੈ। ਅਸੀਂ ਕਿੰਨੇ ਵੰਡੇ ਹੋਏ ਹਾਂ, ਉਹਨਾਂ ਨੂੰ ਸਾਨੂੰ ਵੰਡਣਾ ਆਉਂਦਾ ਵੈ। ਸੋ ਇਹ ਜਿਹੜੀਆਂ ਗੱਲਾਂ ਨੇ ਨਾ, ਇਹ ਮੈਨੂੰ ਤੰਗ ਕਰਦੀਆਂ ਨੇ। ਸਵਾਲ ਤਾਂ ਇਹ ਹੈ ਕਿ ਬਤੌਰ ਬਾਵਜੂਦ ਇਸ ਗੱਲ ਦੇ ਕਿ ਮੈਂ ਕਹਾਣੀਕਾਰ ਹਾਂ, ਮੈਂ ਇੰਨਾ ਜ਼ਿਆਦਾ ਵਿਚਕਾਰ ਕਈ ਸਾਲ ਵਾਰਤਕ ਵੱਲ ਕਿਉਂ ਮੁੜ ਜਾਂਦਾ? ਉਹਦਾ ਕਾਰਨ ਇਹ ਹੈ ਕਿ ਮੈਨੂੰ ਲੱਗਦਾ ਹੈ ਕਿ ਮੇਰੇ ਅੰਦਰ ਬੈਠਾ ਹੋਇਆ ਸਿਆਸਤਦਾਨ ਹੈ। ਪਰ ਮੈਂ ਹੁਣ ਆਪਣੇ ਜੇ ਪਰੇ ਹੋ ਕੇ ਗੱਲ ਕਰਾਂ, ਤੁਹਾਨੂੰ ਪਤਾ ਕਿ ਪੰਜਾਬੀ ਦੇ ਵਿੱਚ
ਗੁਰਬਖਸ਼ ਸਿੰਘ ਹੋਰਾਂ ਨੂੰ ਸਭ ਤੋਂ ਵੱਡੇ ਵਾਰਤਕਕਾਰ ਮੰਨਿਆ ਜਾਂਦਾ ਜਿਨ੍ਹਾਂ ਨੇ ਮਾਡਰਨ ਵਾਰਤਕ ਸ਼ੁਰੂ ਕੀਤੀ। ਕਹਾਣੀਕਾਰ ਵੀ ਸਨ, ਉਹਨਾਂ ਨੇ 2 ਨਾਵਲ ਵੀ ਲਿਖੇ, ਪ੍ਰੀਤਲੜੀ ਵੀ ਚਲਾਉਂਦੇ ਸਨ। ਪਰ ਗੱਲ ਇਹ ਕਿ ਗੁਰਬਖਸ਼ ਸਿੰਘ ਹੋਰਾਂ ਦੇ ਅੰਦਰ ਵੀ ਨਾ ਉਹਨਾਂ ਨੇ ਇੱਕ ਖਾਸ ਕਿਸਮ ਦੀ ਵਾਰਤਕ ਲਿਖੀ। ਉਹਨਾਂ ਦੀ ਵਾਰਤਕ ਜਿਹੜੀ ਹੈ ਉਹ ਇਹ ਸੀਗੀ ਕਿ ਉਹ ਜਿਵੇਂ ਮੈਨੂੰ ਹੈ ਨਾ ਇਸ ਵੇਲੇ ਮੇਰੇ ਅੰਦਰ ਇਹ ਸਿਆਸਤ ਵੜੀ ਹੋਈ ਹੈ ਕਿ ਮੈਂ ਹਰ ਨੌਜਵਾਨ ਨੂੰ ਸਮਝਾਵਾਂ ਕਿ ਵੰਡੀਆਂ ਨਾ ਪੈਣ ਦਿਓ, ਨਾ ਜਾਤ ਦੀਆਂ ਪੈਣ ਦਿਓ, ਨਾ ਧਰਮ ਦੀਆਂ ਪੈਣ ਦਿਓ। ਗੁਰਬਖਸ਼ ਸਿੰਘ ਹੋਰਾਂ ਦਾ ਟੀਚਾ ਸੀ ਉਸ ਜ਼ਮਾਨੇ 'ਚ ਕਿ ਪੰਜਾਬੀ ਸਮਾਜ ਦੇ ਵਿੱਚ, ਉਹ ਕਿਉਂਕਿ ਅਮਰੀਕਾ ਤੋਂ ਪੜ੍ਹ ਕੇ ਆਏ ਸਨ, ਸਾਨੂੰ ਨਾ ਜ਼ਿੰਦਗੀ ਆਪਣੀ ਬਦਲਣ ਦੀ ਲੋੜ ਹੈ। ਸਾਨੂੰ ਜਿੱਦਾਂ ਲਫ਼ਜ਼ ਉਹਨਾਂ ਦਾ ਘੜਿਆ ਹੋਇਆ ਹੈ ਜੀਵਨ ਜਾਚ, ਲਾਈਫ ਸਟਾਈਲ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ। ਉਹਨਾਂ ਦੀਆਂ ਪਤਾ ਨਹੀਂ 20-25 ਕਿਤਾਬਾਂ ਨੇ। ਇੱਕ ਅੱਧੀ ਤਾਂ ਸ਼ਾਇਦ ਤੁਹਾਡੇ ਤੇ ਸਾਵੀਂ ਪੱਧਰੀ ਜ਼ਿੰਦਗੀ ਮੈਨੂੰ ਲੱਗਦਾ ਕਿਸੇ ਦੇ ਕੋਰਸ 'ਚ ਵੀ ਲੱਗੀ ਹੋਈ ਹੈ। ਹੁਣ ਗੁਰਬਖਸ਼ ਸਿੰਘ ਦੀ ਵਾਰਤਕ ਬੜੀ ਜ਼ਿਆਦਾ ਕੇਂਦਰਿਤ ਹੈ ਕਿ ਸਾਨੂੰ ਜ਼ਿੰਦਗੀ ਜਿਉਣੀ ਕਿਵੇਂ ਚਾਹੀਦੀ ਹੈ। ਔਰ ਇਹ ਗੱਲਾਂ ਜਿਹੜੀਆਂ ਨੇ ਉਹਨਾਂ ਦੀ, ਦੇਖੋ ਰਾਈਟਰ ਦਾ ਜਿਹੜੀ ਇੱਕ ਦ੍ਰਿਸ਼ਟੀਕੋਣ ਹੁੰਦਾ ਉਹਦੀ ਗਲਪ ਵਿੱਚ ਵੀ ਜ਼ਰੂਰ ਆਉਂਦਾ ਹੈ, ਪਰ ਗਲਪ ਵਿੱਚ ਉਹਦੀਆਂ ਸੰਭਾਵਨਾਵਾਂ ਸੀਮਤ ਹੋ ਜਾਂਦੀਆਂ। ਜਦੋਂ ਉਹ ਇੱਕ ਖਾਸ ਗੱਲ ਬਾਰੇ ਲਿਖਣਾ ਚਾਹੁੰਦਾ ਤੇ ਮੈਨੂੰ ਲੱਗਦਾ ਉਹਨੂੰ ਵਾਰਤਕ ਦਾ ਠੁਮਣਾ ਵਰਤਣ ਦੀ ਲੋੜ ਪੈਂਦੀ ਹੈ। ਸੋ ਇਹ ਕਾਰਨ ਹੈ ਮੈਨੂੰ ਲੱਗਦਾ ਕਿ ਜਦੋਂ ਬਹੁਤ ਸਾਰੇ ਲੇਖਕ ਜਿਹੜੇ ਕਿ, ਵੈਸੇ ਹਰ ਲੇਖਕ ਵਾਰਤਕ ਵਾਲੇ ਪਾਸੇ ਨਹੀਂ ਜਾਂਦਾ, ਕੁਝ ਨਿਰੋਲ ਕਹਾਣੀਕਾਰ ਵੀ ਹੁੰਦੇ ਨੇ, ਮਤਲਬ ਪੰਜਾਬੀ ਦੇ ਬੜੇ ਵੱਡੇ ਕਹਾਣੀਕਾਰ ਨੇ ਜਿਨ੍ਹਾਂ ਨੇ ਵਾਰਤਕ ਵਾਲੇ ਪਾਸੇ ਨਹੀਂ ਗਏ। ਦੁੱਗਲ ਸਾਹਿਬ ਨੇ, ਕੁਲਵੰਤ ਸਿੰਘ ਵਿਰਕ ਨੇ ਵਾਰਤਕ ਨਹੀਂ ਲਿਖੀ, ਬੜੇ ਵੱਡੇ ਨਾਂ ਨੇ। ਪਰ ਕੁਝ ਨੇ ਜਿਨ੍ਹਾਂ ਨੇ ਬੜੀ ਲਿਖੀ ਵੀ, ਜਿਨ੍ਹਾਂ ਸੁਖਬੀਰ ਵੀ ਹੈ, ਨਵਤੇਜ ਸਿੰਘ ਵੀ ਹੈ, ਜਿਨ੍ਹਾਂ ਦੇ ਵਿੱਚ ਗੁਰਬਖਸ਼ ਸਿੰਘ ਤਾਂ ਹੈ ਹੀ ਹੈ, ਬਲਵੰਤ ਗਾਰਗੀ ਹੈ ਜਿਹਨੇ ਨਾਵਲ ਵੀ ਲਿਖਿਆ, ਰੇਖਾ ਚਿੱਤਰ ਵੀ ਲਿਖੇ, ਪਰ ਉਹਨੇ ਹੋਰ ਵਾਰਤਕ ਵੀ ਲਿਖੀ। ਕਿਉਂਕਿ ਮੈਨੂੰ ਲੱਗਦਾ ਕਿ ਰਾਈਟਰ ਨੂੰ ਲੱਗਦਾ ਹੈ ਕਿ ਉਹ ਆਪਣਾ ਐਕਸਪ੍ਰੈਸ਼ਨ ਦਾ ਜਿਹੜਾ ਘੇਰਾ ਹੈ, ਪ੍ਰਗਟਾਵੇ ਦਾ, ਉਹਨੂੰ ਮੋਕਲਾ ਕਰ। ਸੋ ਇਹ ਕਾਰਨ ਹੁੰਦਾ ਜਦੋਂ ਕੋਈ ਲੇਖਕ ਜਿਹੜਾ ਨਾ। ਅਤੇ ਦੂਜੀ ਗੱਲ ਹੈ ਕਿ ਮੈਨੂੰ ਇੱਕ ਹੋਰ ਗੱਲ ਲੱਗਦੀ ਹੈ ਬਤੌਰ ਪਾਠਕ, ਕਿਉਂਕਿ ਦੇਖੋ ਮੈਂ ਤੁਹਾਨੂੰ ਅੱਗੇ ਵੀ ਇੱਕ ਦਿਨ ਕਿਹਾ ਸੀਗਾ ਕਿ ਅਸੀਂ ਲੇਖਕ ਵੀ ਤਾਂ ਪਾਠਕ ਹੁੰਦੇ ਹਾਂ ਨਾ, ਅਸੀਂ ਕੋਈ ਅਰਸ਼ੋਂ ਉੱਤਰੀ ਚੀਜ਼ ਤੇ ਹੁੰਦੇ ਨਹੀਂ। ਅਤੇ ਜਿਹੜਾ ਲੇਖਕ ਪਾਠਕ ਨਹੀਂ ਨਾ ਹੁੰਦਾ ਮੈਂ ਉਹਨੂੰ ਮਾੜਾ ਲੇਖਕ ਸਮਝਦਾ, ਕਿ ਜੇ ਆਪਣਾ ਹੀ ਲਿਖਿਆ ਉਹ ਪੜ੍ਹ ਰਿਹਾ ਨਾ ਤਾਂ ਫਿਰ ਇੱਕ ਥਾਂ 'ਤੇ ਹੀ ਖੜੋਤਾ, ਉਹਨੂੰ ਨਹੀਂ ਪਤਾ ਲੱਗ ਰਿਹਾ ਦੁਨੀਆ 'ਚ ਕੀ ਹੋ ਰਿਹਾ। ਉਹ ਬਸ ਆਪਣੇ ਲਿਖੀ ਜਾਂਦਾ ਅਤੇ ਕਰੀ ਜਾਂਦਾ। ਅਤੇ ਮੈਂ ਹਰ ਬੰਦੇ ਨੂੰ, ਹਰ ਬੰਦੇ ਤੋਂ ਮੇਰਾ ਮਤਲਬ ਹੈ ਨਹੀਂ ਆਦਮੀ, ਮੇਰਾ ਮਤਲਬ ਆਦਮੀ ਔਰ ਔਰਤਾਂ ਨੂੰ ਮੈਂ ਕੰਬਾਈਨ ਕਰ, ਹਰ ਪਰਸਨ ਨੂੰ ਕਹਿ ਲਓ ਕਿ ਮੈਂ ਇਹ ਕਹਿੰਦਾ ਕਿ ਜੇ ਤੁਸੀਂ ਲਿਖਣਾ ਚਾਹੁੰਦੇ ਹੋ ਨਾ, ਅਸੀਂ ਸਾਡੇ ਸਾਰਿਆਂ ਦੇ ਅੰਦਰ ਲੇਖਕ ਹੈ, ਤੁਸੀਂ ਪੜ੍ਹੋ ਬਹੁਤ, ਪੜ੍ਹਨਾ ਬਹੁਤ ਜ਼ਰੂਰੀ ਹੈ, ਕਿਸੇ ਸਕਾਲਰ ਲਈ ਵੀ, ਕਿਸੇ ਅਧਿਆਪਕ ਲਈ ਵੀ। ਮੈਂ ਨਾ ਤੁਹਾਨੂੰ ਹੁਣੇ ਹੀ ਦੱਸ ਰਿਹਾ, ਕਿਉਂਕਿ ਦੇਖੋ ਮੈਂ ਅਕਾਦਮਿਕ ਬੰਦਾ ਨਹੀਂ ਹਾਂ ਅਤੇ ਮੈਂ ਕੋਈ ਤਿਆਰ ਕਰਕੇ ਕਦੀ ਵੀ ਲੈਕਚਰ ਨਹੀਂ ਲਿਆਂਦਾ। ਉਹਦਾ ਇੱਕ ਹੋਰ ਕਾਰਨ ਵੀ ਹੈ, ਜਦੋਂ ਮੈਂ ਤੁਹਾਡੀ ਉਮਰ 'ਚ ਨਾ ਸਟੂਡੈਂਟ ਸੀ, ਸਟੂਡੈਂਟ ਬੜੀ ਜਲਦੀ ਵਖਰੇਵਾਂ ਕਰ ਸਕਦੇ ਹੁੰਦੇ ਨੇ ਜਦੋਂ ਬੈਠੇ ਹੁੰਦੇ ਨੇ ਉੱਥੇ ਵੀ। ਆਹ ਬੰਦਾ ਜਿਹੜਾ ਨਾ ਇੱਕ ਰਟਾਇਆ ਲੈਕਚਰ ਪਿਛਲੇ 6 ਸਾਲਾਂ ਤੋਂ ਹਰ ਇੱਕ ਨੂੰ ਸੁਣਾ ਰਿਹਾ, ਉਹਨੇ ਆਉਣਾ, ਬੋਲਣਾ, ਚਲੇ ਜਾਣਾ। ਉਹ ਬੱਚੇ ਅੱਧੇ ਸੌਂ ਵੀ ਜਾਂਦੇ, ਅਸੀਂ ਵੀ ਤਾਂ ਸੁੱਤੇ ਰਹਿੰਦੇ ਸਨ ਉਹਨਾਂ ਕਲਾਸਾਂ 'ਚ। ਫਿਰ ਕੁਝ ਟੀਚਰ ਹੁੰਦੇ ਸਨ ਜਿਹੜੇ ਕਿ ਐਕਸਟੈਂਪੋਰ ਜਿਹਨੂੰ ਕਹਿੰਦੇ ਨਾ, ਉਸ ਵੇਲੇ ਬੋਲਦੇ ਸਨ। ਉਹਨਾਂ ਦੇ ਸਾਹਮਣੇ ਇੱਕ ਖਾਕਾ ਹੁੰਦਾ ਸੀ ਨਾ, ਉਹਨੇ ਬੱਚਿਆਂ ਨਾਲ ਕੀ ਗੱਲ ਕਰਨੀ ਹੈ, ਅਤੇ ਉਹਨੂੰ ਜ਼ਿਆਦਾ ਧਿਆਨ ਨਾਲ ਸੁਣਦੇ ਸਨ। ਜਦੋਂ ਵੀ ਮੈਨੂੰ ਕਦੀ ਕਿਹਾ ਗਿਆ, ਦੇਖੋ ਮੈਂ ਅਕਾਦਮਿਕ ਤੌਰ 'ਤੇ ਤਾਂ ਕਦੀ ਵੀ ਟੀਚਰ ਨਹੀਂ ਰਿਹਾ, ਮੇਰਾ ਸਾਰਾ ਦਾ ਸਾਰਾ ਹੀ ਜਿਹੜਾ ਕੰਮ ਹੈ ਉਹ ਜਾਂ ਲਿਖਣ ਦਾ ਰਿਹਾ, ਜਾਂ ਮੈਂ ਕਦੀ ਕਾਰਪੋਰੇਟ ਨੌਕਰੀਆਂ ਕੀਤੀਆਂ ਹੋਈਆਂ ਨੇ, ਜਾਂ ਟਰਾਂਸਲੇਸ਼ਨ ਕੀਤੀ ਹੋਈ ਹੈ। ਮੈਨੂੰ ਜਦੋਂ ਕਦੀ ਕਿਹਾ ਜਾਂਦਾ ਨਾ ਕਿ ਤੁਸੀਂ ਸਟੂਡੈਂਟਸ ਵੱਲ ਮੁਖਾਤਬ ਹੋ, ਤਾਂ ਮੈਂ ਇੱਕ ਗੱਲ ਬੜੀ ਪੱਕੀ ਕਰਦਾ ਕਿ ਮੈਂ ਨਾ ਇਹ ਸੋਚ ਕੇ ਨਹੀਂ ਜਾਣਾ ਕਿ ਮੈਂ ਆਹ ਤਿਆਰ ਕਰ ਲਿਆ ਤੁਹਾਨੂੰ ਜਾ ਕੇ ਬੋਲਣਾ, ਕਿਉਂਕਿ ਉਹਨਾਂ ਨੇ ਬੜੀ ਜਲਦੀ ਬੋਰ ਹੋ ਜਾਣਾ। ਹੁਣ ਮੈਨੂੰ ਨਹੀਂ ਪਤਾ ਮੈਂ ਤੁਹਾਨੂੰ ਕਿੰਨਾ ਕੁ ਬੋਰ ਕਰ ਰਿਹਾ ਹਾਂ, ਹੋ ਸਕਦਾ ਮੈਂ ਵੀ ਕਰ ਰਿਹਾ ਹਾਂ, ਪਰ ਮੈਂ ਇਹ ਗੱਲ ਮੈਨੂੰ ਇਹ ਤਾਂ ਯਾਦ ਆ ਗਈ ਕਿ ਮੈਂ ਹੁਣੇ ਜਦੋਂ BBC ਦਾ ਤੁਹਾਡੇ ਗੇਟ 'ਤੇ ਨਾ ਇਸ ਵੇਲੇ ਬੜਾ ਸਖਤ ਆਪ ਵਾਲਿਆਂ ਦਾ ਹੁਲਾਰਾ ਜਿਹਾ ਹੈ, ਅਤੇ ਉੱਥੇ BBC ਵਾਲੇ ਮੈਨੂੰ ਇੰਟਰਵਿਊ ਕਰ ਰਹੇ ਸਨ, ਅਤੇ ਨਾਲ ਉਹਨਾਂ ਨੇ ਨਾ 4 ਆਪ ਦੇ ਸਪੋਰਟਰ ਵੀ ਬੁਲਾਏ ਹੋਏ ਸਨ, ਕਿਉਂਕਿ ਮੈਂ ਤਾਂ ਐਕਸਪਰਟ ਦੇ ਤੌਰ 'ਤੇ ਬੋਲਣਾ ਸੀ, ਉਹਨਾਂ ਨੂੰ ਸੀਗਾ ਕਿ ਲੈਣੇ ਆ 4। ਅਤੇ ਉਹਨਾਂ ਨੂੰ ਨਾ ਸਪੋਰਟਰ ਇਕੱਠੇ ਕਰਨ 'ਚ ਥੋੜ੍ਹੀ ਤਕਲੀਫ ਹੋ ਰਹੀ ਸੀ, ਉਹ ਪ੍ਰੋਬਲਮ ਹੋ ਰਹੀ ਸੀ। ਕੋਈ BBC ਅੰਗਰੇਜ਼ੀ 'ਚ ਸੀਗਾ, ਅਤੇ ਉਹ ਹਰ ਇੱਕ ਨੂੰ ਜਾ ਕੇ ਪੁੱਛਣ ਕਿ ਤੁਸੀਂ ਅੰਗਰੇਜ਼ੀ 'ਚ ਬੋਲ ਲਓਗੇ, ਅਤੇ ਤੁਹਾਨੂੰ ਪਤਾ ਹੀ ਵੀ ਇੱਥੇ ਕਿੰਨਾ ਕੁ ਮੁਸ਼ਕਿਲ। ਹੁਣ ਬਾਹਰ ਗੇਟ 'ਤੇ ਖੜ੍ਹੇ ਬੰਦੇ ਲਈ, ਉਹ ਵੀ TV ਦੇ ਸਾਹਮਣੇ ਅੰਗਰੇਜ਼ੀ 'ਚ ਬੋਲਣਾ, ਕਿੰਨੇ ਕੁ ਲੋਕ ਹੈ ਜਿਹੜੇ ਬੋਲ ਲੈਂਦੇ ਨੇ। ਫਿਰ ਅਸੀਂ ਜਿੰਨੇ ਨੂੰ ਵੇਟ ਕਰ ਰਹੇ ਸੀ, ਮੈਂ ਕੈਮਰਾਮੈਨ ਨਾਲ ਗੱਲਾਂ ਕਰ ਰਿਹਾ ਸੀ, ਮੈਂ ਕਿ ਤੂੰ ਕਿੱਥੇ ਪੜ੍ਹਿਆ? ਕਹਿੰਦਾ ਮੈਂ ਜਾਮੀਆ ਮਿਲੀਆ 'ਚ ਪੜ੍ਹਿਆ। ਮੈਂ ਕਿਹਾ ਉੱਥੇ ਮੇਰੀ ਵੀ ਇੱਕ ਦੋਸਤ ਪੜ੍ਹਾਉਂਦੀ ਹੈ, ਮੈਂ ਉਹਨਾਂ ਨਾਲ ਗੱਲ ਕੀਤੀ। ਕਹਿੰਦਾ ਅੱਛਾ, ਕਹਿੰਦਾ ਉਹ ਬਹੁਤ ਅੱਛਾ ਪੜ੍ਹਾਉਂਦੇ ਨੇ, ਕਹਿੰਦਾ ਉਹਨਾਂ ਦੀ ਲੱਗਦਾ ਸੀਗਾ ਕਿ ਕਲਾਸ ਮੁੱਕਿਆ ਹੀ ਨਾ ਕਰੇ। ਮੈਂ ਕਿਹਾ ਕਿਉਂ ਲੱਗਦਾ ਸੀ? ਮੈਂ ਕਦੀ ਉਹਨੂੰ ਦੱਸੂਗਾ ਜੇ। ਕਹਿੰਦਾ ਇਹ ਹੈ ਕਿ ਉਹ ਹਮੇਸ਼ਾ ਨਾ ਇੰਨਾ ਆਪ ਪੜ੍ਹਦੇ ਸਨ, ਸਾਨੂੰ ਨਵੀਆਂ ਗੱਲਾਂ ਪਤਾ ਲੱਗਦੀਆਂ ਸੀ ਉਹਨਾਂ ਕੋਲੋਂ। ਸੋ ਬੜੀ ਮਿਹਰਬਾਨੀ। ਇਹ ਮੇਰਾ ਕਿਸੇ ਨੇ ਪਾਣੀ ਯਾਦ ਰੱਖਿਆ ਅੱਜ। ਸੋ ਬੇਸਿਕਲੀ ਇਹ ਹੈ ਕਿ ਜਦੋਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਹੁੰਦਾ ਨਾ, ਮੈਂ ਤੁਹਾਨੂੰ ਪਹਿਲੇ ਦਿਨ ਵੀ ਸਾਰਿਆਂ ਨੂੰ ਕਿਹਾ ਸੀ ਕਿ ਮੈਨੂੰ ਨਾ ਇੰਜ ਇਹ
ਇੱਕ ਵਾਗਾ ਜਿਹਾ ਕਿ ਮੈਂ ਤੁਹਾਨੂੰ ਸਾਹਮਣੇ ਮੇਰੇ ਇੱਜੜ ਬੈਠਾ ਜਿਹਨੂੰ ਮੈਂ ਬੋਲ ਕੇ ਚਲੇ ਜਾਣਾ, ਉਹਨਾਂ ਨੂੰ ਕਿਤੇ ਜ਼ਿਆਦਾ ਚੰਗਾ ਲੱਗਦਾ ਹੈ ਕਿ ਤੁਸੀਂ ਮੇਰੀ ਜਿਹੜੀ ਗੱਲ ਮੈਂ ਕਰਦਾ ਉਹ 'ਚੋਂ ਮੈਨੂੰ ਸਵਾਲ ਪੁੱਛੋ ਤੇ ਸਾਡੀ ਗੱਲ ਅੱਗੇ ਟੁਰੇ। ਇਹਦੇ ਨਾਲ ਹੁੰਦਾ ਕਿ ਮੈਨੂੰ ਵੀ ਸਮਝ ਲੱਗਦੀ ਹੈ ਯੂਥ ਕਿਵੇਂ ਸੋਚ ਰਿਹਾ ਜਾਂ ਯੂਥ ਦੇ ਮਨ 'ਚੋਂ ਕੀ ਨਿਕਲਦਾ। ਔਰ ਮੈਂ ਤੁਹਾਨੂੰ ਸੱਚੀ ਮੁੱਚੀ ਕਹਿਣਾ, ਤੁਹਾਡੇ 'ਚੋਂ ਜਿਹੜੇ ਲੋਕ ਪਰਸੋਂ ਹਾਜ਼ਰ ਸਨ, ਮੈਨੂੰ ਬਹੁਤ ਚੰਗਾ ਲੱਗਾ ਉਹਦਾ। ਉਹ ਹੁਣ ਮੈਨੂੰ ਨਾ ਚਿਹਰਿਆਂ ਤੋਂ ਨਹੀਂ ਯਾਦ, ਉਹ ਇੱਥੇ ਬੈਠੀ ਹੋਈ ਸੀ ਲੜਕੀ, ਜਿਹਨੇ ਮੈਨੂੰ ਇਹ ਕਿਹਾ ਸੀਗਾ ਕਿ ਤੁਹਾਡੀ ਕਹਾਣੀ 'ਚ ਹੈ ਜਿਹੜੇ ਨਾ ਲਿਮਿਟੇਸ਼ਨ ਹੈ। ਔਰ ਉਹਦਾ ਬੜਾ ਠੀਕ ਸਵਾਲ ਸੀ। ਹੁਣ ਮੈਂ ਚਾਹੁੰਦਾ ਇਹ ਵਾਂ ਕਿ ਮੈਂ ਆਪਣੀ ਗੱਲ ਅੱਗੇ ਜਾਰੀ ਕਰਨ ਤੋਂ ਪਹਿਲਾਂ, ਕਿਉਂਕਿ ਮੈਂ ਇੱਕ ਤੁਹਾਨੂੰ ਛੋਟੀ ਜਿਹੀ ਚੀਜ਼, ਛੋਟੀ ਨਹੀਂ ਪੜ੍ਹ ਕੇ ਹੋਰ ਵੀ ਸੁਣਾਉਣੀ ਹੈ, ਕਿਉਂਕਿ ਮੈਂ ਨਾਲ ਦੀ ਨਾਲ ਆਪਣੀ ਜਿਹਨੂੰ ਕਹਿੰਦੇ ਨੇ ਇਸ ਕਲਾਸ ਰਾਹੀਂ ਆਪਣੀ ਫਿਲਾਸਫੀ ਦਾ ਪ੍ਰਚਾਰ ਵੀ ਕਰਨਾ। ਮੈਂ ਮੌਕਾ ਵਰਤਣਾ। ਤੁਸੀਂ ਪਹਿਲਾਂ ਮੇਰੇ ਨਾਲ ਕੋਈ ਗੱਲ ਕਰਨਾ ਚਾਹੋਗੇ ਕਿ ਪਹਿਲਾਂ ਮੈਂ ਉਹ ਗੱਲ ਕਰ ਲਵਾਂ ਜਿਹੜੀ ਮੈਂ ਕਰਨੀ ਹੈ? ਓਕੇ, ਹੁਣ ਮੈਂ ਤੁਹਾਡੇ ਨਾਲ ਇਹ ਗੱਲ ਕਰਨੀ ਹੈ ਜਿੱਥੋਂ ਮੈਂ ਸ਼ੁਰੂ ਕੀਤੀ ਸੀ। ਉਹ ਇਹ ਹੈ ਕਿ ਮੈਂ ਕਿਹਾ ਸੀ, ਔਰ ਇਸ ਲੇਖ ਦਾ ਵੀ ਸ਼ੁਰੂਆਤ ਹੈ ਕਿ ਮੈਂ ਧਾਰਮਿਕ ਬੰਦਾ ਨਹੀਂ ਹਾਂ, ਮੈਂ ਕਿਹਾ ਸੀ। ਹੁਣ ਮੈਂ ਉਹਦੇ ਬਾਰੇ ਨਾ ਇੱਕ ਲੇਖ ਲਿਖਿਆ ਸੀ, ਇਹ ਇਸ ਕਿਤਾਬ 'ਚ ਹੈ, ਜਿਹੜਾ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣਾ ਇਸ ਲਈ ਹੈ ਕਿ ਇਹ ਸਿਰਫ ਮੇਰੀ ਵਾਰਤਕ ਦਾ ਨਮੂਨਾ ਹੀ ਨਹੀਂ ਹੈ, ਇਹ ਸਿਰਫ ਸਾਹਿਤਕ ਪੱਤਰਕਾਰੀ ਦਾ ਨਮੂਨਾ ਹੀ ਨਹੀਂ ਹੈ, ਇਹਦੇ ਵਿੱਚ ਇੱਕ ਖਾਸ ਕਿਸਮ ਦੀ। ਅੱਛਾ, ਇੱਕ ਹੋਰ ਗੱਲ ਹੈ, ਤੁਸੀਂ ਲਤਾ ਵਾਲੀ ਗੱਲ 'ਚ ਵੀ ਨੋਟ ਕੀਤੀ ਹੋਣੀ ਹੈ ਕਿ ਇਹ ਜਿਹੜੀ ਸੰਭਾਵਨਾ ਹੈ ਨਾ ਵਾਰਤਕ ਵਿੱਚ, ਕਿ ਤੁਸੀਂ ਗੱਲ ਸ਼ੁਰੂ ਕਿਤੋਂ ਕਰਕੇ ਅਸਲ 'ਚ ਉਹਦਾ ਤੋੜਾ ਕਿਤੇ ਹੋਰ ਬਿਲਕੁਲ ਝਾੜ ਸਕਦੇ ਹੋ। ਤੁਹਾਨੂੰ ਪਤਾ ਨਾ, ਮੈਂ ਉੱਥੇ ਜਾ ਕੇ ਮੈਂ ਸਿਆਸਤ 'ਚ ਲੈ ਆਉਣਾ ਜਿੱਥੇ ਐਂਡ ਕਰਦਾ ਲਤਾ ਨੂੰ। ਇਹ ਸੰਭਾਵਨਾ ਜਿਹੜੀ ਕਹਾਣੀ 'ਚ ਹੈ ਨਹੀਂ ਬਹੁਤੀ। ਨਹੀਂ ਤੇ ਕਹਾਣੀ ਜੇ ਕਰਨ ਦੀ ਕੋਸ਼ਿਸ਼ ਕਰੋਗੇ ਤੇ ਆਮ ਤੌਰ 'ਤੇ ਜੇ ਤੁਸੀਂ ਬਹੁਤ ਹੀ ਗੁਣਵਾਨ ਲੇਖਕ ਨਾ ਹੋਵੋ ਤੇ ਤੁਸੀਂ ਉਹਨੂੰ ਨਾ ਇੱਕ ਕਿਸਮ ਦੀ ਜਿਹਨੂੰ ਕਹਿੰਦੇ ਨੇ ਨਾਅਰੇਬਾਜ਼ੀ ਵਾਲੀ ਕਹਾਣੀ ਕਹੋਗੇ। ਸੋ ਕਈ ਵਾਰੀ ਹੁੰਦਾ ਕਿ ਤੁਹਾਨੂੰ ਨਾਅਰੇਬਾਜ਼ੀ ਕਰਨ ਦੀ ਲੋੜ ਹੁੰਦੀ ਹੈਗੀ ਹੈ, ਜ਼ਰੂਰਤ ਹੁੰਦੀ ਹੈ, ਪਰ ਉਹ ਕਿਵੇਂ ਕਰਨੀ ਹੈ ਉਹਦੇ 'ਚ ਵਾਰਤਕ ਬੜੀ ਮਦਦ ਕਰਦੀ ਹੈ। ਸੋ ਇਹ ਮੇਰੇ ਸਿਰਲੇਖ ਦਾ ਹੈ ਜੋ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣਾ। ਇਹਦਾ ਨਾਂ ਹੈ ਇੱਕ ਗੈਰ ਰਵਾਇਤੀ ਸਿੱਖ ਦੇ ਵਲਵਲੇ। ਓਕੇ, ਮੈਂ ਆਪਣੇ ਆਪ ਨੂੰ ਗੈਰ ਰਵਾਇਤੀ ਸਿੱਖ ਹੈ ਕਹਿੰਦਾ ਕਿ ਨਾ ਮੇਰਾ ਸਿੱਖਾਂ ਵਾਲਾ ਸਰੂਪ ਹੈ, ਨਾ ਮੈਂ ਉਹਨਾਂ ਲੋਕਾਂ 'ਚੋਂ ਹਾਂ ਜਿਹੜੇ ਨੇਮ ਨਾਲ ਗੁਰਦੁਆਰੇ ਜਾਂਦੇ ਨੇ। ਮੈਂ ਗੁਰਦੁਆਰੇ ਤਾਂ ਹੀ ਜਾਂਦਾ ਜਿੱਦਣ ਕੋਈ ਮਰਨਾ ਪਰਨਾ ਹੋਵੇ ਅਤੇ ਜਾਂ ਜਿੱਦਣ ਕੋਈ ਵਿਆਹ ਸ਼ਾਦੀ ਹੋਵੇ, ਉਸ ਤੋਂ ਇਲਾਵਾ ਮੈਂ ਨਹੀਂ ਜਾਂਦਾ। ਮੇਰੇ ਨਾਂ ਤੋਂ ਮੇਰੀ ਕੋਈ ਧਾਰਮਿਕ ਜਾਂ ਜਾਤ ਜਤਾਊ ਪਛਾਣ ਨਹੀਂ ਲੱਭਦੀ। ਤੁਹਾਨੂੰ ਸਾਰਿਆਂ ਨੂੰ ਪਤਾ ਕਿ ਮੇਰੀਆਂ ਕਿਤਾਬਾਂ 'ਤੇ ਸਿਰਫ ਸਕੀਤ ਲਿਖਿਆ ਹੁੰਦਾ, ਕੁਛ ਨਹੀਂ ਹੋਰ ਲਿਖਿਆ ਹੁੰਦਾ। ਪਰ ਜੇ ਤੁਸੀਂ ਪਾਸਪੋਰਟ ਵਿੱਚ ਦਰਜ ਮੇਰਾ ਪੂਰਾ ਨਾਂ ਦੇਖੋ ਤਾਂ ਪਤਾ ਲੱਗ ਜਾਂਦਾ ਕਿ ਮੈਂ ਪੰਜਾਬੀ ਖੱਤਰੀ ਸਿੱਖ ਹਾਂ। ਬੜੇ ਵਰੇ ਹੋਏ ਫਿਰਕਿਆਂ ਅਤੇ ਜ਼ਾਤਾਂ ਵਿੱਚ ਵੰਡੇ ਹੋਏ ਆਪਣੇ ਦੇਸ਼ ਦੇ ਸਮਾਜ ਵੱਲ ਨਿੱਜੀ ਉਪਰਾਮਤਾ ਦਾ ਪ੍ਰਗਟਾਵਾ ਕਰਨ ਲਈ ਮੈਂ ਆਪਣੇ ਜਨਤਕ ਨਾਂ ਵਿੱਚੋਂ ਇਹੋ ਜਿਹੀਆਂ ਪਛਾਣਾਂ ਖਾਰਜ ਕਰ ਦਿੱਤੀਆਂ ਸਨ। ਇਉਂ ਕਰਨਾ ਮੇਰੇ ਲਈ ਹੋਰ ਵੀ ਸੌਖਾ ਸੀ ਕਿਉਂਕਿ ਮੈਂ ਧਾਰਮਿਕ ਅਕੀਦਿਆਂ ਤੋਂ ਵਿਰਵਾ ਹਾਂ। ਹੋਰ ਤਾਂ ਹੋਰ ਉਮਰ ਦੇ ਪਹਿਲੇ 17 ਵਰਿਆਂ ਤੋਂ ਬਾਅਦ ਮੇਰਾ ਸਰੂਪ ਵੀ ਸਿੱਖੀ ਵਾਲਾ ਨਹੀਂ ਰਿਹਾ। 17 ਸਾਲ ਤੱਕ ਮੈਂ ਪਗੜੀ ਵੀ ਬੰਨ੍ਹਦਾ ਰਿਹਾ ਸੀ। ਸੋ ਮੇਰਾ ਚਿਹਰਾ ਦੇਖਿਆ ਕਹਿ ਸਕਣਾ ਮੁਸ਼ਕਲ ਹੈ ਕਿ ਮੈਂ ਕਿਸ ਫਿਰਕੇ ਤੋਂ ਹਾਂ। ਮੈਂ ਸੋਹਣ ਲਾਲ ਵੀ ਹੋ ਸਕਦਾ ਹਾਂ, ਸਲੀਮ ਵੀ। ਇਹ ਗੱਲ ਅੱਡਰੀ ਹੈ ਕਿ 47 ਤੋਂ ਬਾਅਦ ਬਹੁਤੇ ਪੰਜਾਬੀ ਸਲੀਮ ਪਰਦੇਸੀ ਹੋ ਚੁੱਕੇ ਹਨ, ਕਿਉਂਕਿ ਹੁਣ ਸਿਰਫ 2% ਮੁਸਲਮਾਨ ਰਹਿ ਗਏ ਨੇ ਪੰਜਾਬ ਵਿੱਚ। ਪਰ ਇਹਦੇ ਬਾਵਜੂਦ ਕਦੀ ਕਦੀ ਜ਼ਿੰਦਗੀ ਵਿੱਚ ਅਜਿਹੇ ਮੌਕੇ ਜ਼ਰੂਰ ਆਉਂਦੇ ਹਨ ਜਾਂ ਦੌਰ ਆਏ ਹਨ ਜਦੋਂ ਮੈਂ ਆਪਣੇ ਸਿੱਖ ਹੋਣ 'ਤੇ ਜ਼ੋਰ ਦਿੱਤਾ ਹੈ। ਅਜਿਹਾ ਇੱਕ ਦੌਰ ਅੱਜ ਤੋਂ ਐਨ 30 ਵਰ੍ਹੇ ਪਹਿਲਾਂ ਆਇਆ ਸੀ। 1984 ਦਾ ਮੰਦਭਾਗਾ ਵਰ੍ਹਾ। ਇਹ ਨਾ 1914 ਦੀ ਲਿਖੀ ਹੋਈ ਹੈ, ਤਾਂ ਮੈਂ ਕਿਹਾ 30 ਵਰ੍ਹੇ ਐਗਜ਼ੈਕਟਲੀ, ਜਦੋਂ ਮੇਰੀ ਨੌਕਰੀ ਦਿੱਲੀ ਤੋਂ ਮਾਸਕੋ ਤਬਦੀਲ ਹੋ ਗਈ ਹੋਈ ਸੀ। ਜਿਸ ਭਾਰਤੀ ਵਪਾਰਕ ਕੰਪਨੀ ਦਾ ਮੈਂ ਨੁਮਾਇੰਦਾ ਸਾਂ ਉਹ ਅੱਗੋਂ ਸੈਂਕੜੇ ਭਾਰਤੀ ਕੰਪਨੀਆਂ ਦੀ ਨੁਮਾਇੰਦਗੀ ਕਰਦੀ ਸੀ। ਸੋਵੀਅਤ ਸੰਘ ਦੀ ਵਿਸ਼ਾਲ ਮੰਡੀ ਵਿੱਚ ਆਪਣੀਆਂ ਵਸਤਾਂ ਵੇਚਣ ਲਈ ਇਹਨਾਂ ਕੰਪਨੀਆਂ ਦਾ ਕੋਈ ਨਾ ਕੋਈ ਅਫਸਰ ਮਾਸਕੋ ਆਇਆ ਰਹਿੰਦਾ ਸੀ, ਕੋਈ ਕਲਕੱਤਿਓਂ, ਕੋਈ ਬੰਗਲੌਰੋਂ, ਕੋਈ ਬੰਬਈ ਤੋਂ। ਭਾਰਤੀ ਖਾਣੇ ਨੂੰ ਭਾਲਦੇ ਅਤੇ ਰੂਸੀ ਜ਼ਬਾਨ ਦੀ ਜਾਣਕਾਰੀ ਤੋਂ ਮਹਿਰੂਮ ਇਹ ਲੋਕ ਥੋੜ੍ਹ ਚਿਰੀਆਂ ਵਪਾਰਕ ਫੇਰਲੀਆਂ ਲਈ ਮਾਸਕੋ ਆਉਣ ਸਮੇਂ ਆਮ ਤੌਰ 'ਤੇ ਸ਼ਾਮ ਨੂੰ ਮੇਰੇ ਘਰ ਹੀ ਆ ਜਾਂਦੇ ਸਨ। ਪੰਜਾਬ ਵਿੱਚ ਦਹਿਸ਼ਤਗਰਦੀ ਦਾ ਦੌਰ ਸਿਖਰ 'ਤੇ ਸੀ। ਹਿੰਦੂਆਂ ਨੂੰ ਬੱਸਾਂ ਵਿੱਚੋਂ ਕੱਢ ਕੱਢ ਕੇ ਮਾਰਨ, ਪਿੰਡਾਂ ਵਿੱਚੋਂ ਉਹਨਾਂ ਨੂੰ ਖਦੇੜਨ ਦੀਆਂ ਖਬਰਾਂ ਦੇਸ਼ ਭਰ ਦੀਆਂ ਅਖਬਾਰਾਂ ਵਿੱਚ ਫੈਲੀਆਂ ਲੱਭਦੀਆਂ ਸਨ। ਇਹ ਜਾਣਦਿਆਂ ਹੋਇਆਂ ਕਿ ਮੈਂ ਪੰਜਾਬੀ ਹਾਂ, ਪਰ ਇਸ ਗੱਲ ਤੋਂ ਅਣਜਾਣ ਕਿ ਮੇਰਾ ਪਿਛੋਕੜ ਸਿੱਖ ਹੈ। ਮੇਰੇ ਕੋਲ ਆਉਣ ਵਾਲੇ ਗੈਰ ਪੰਜਾਬੀ ਮਹਿਮਾਨਾਂ ਦੀ ਗੱਲਬਾਤ ਆਪ ਮੁਹਾਰੇ ਹੀ ਪੰਜਾਬ ਦੇ ਹਾਲਾਤ ਵੱਲ ਮੁੜ ਜਾਂਦੀ ਸੀ। ਭਿੰਡਰਾਂ ਵਾਲੇ ਦੀ ਜ਼ਹਿਰੀਲੀ ਬਿਆਨਬਾਜ਼ੀ ਅਤੇ ਪੰਜਾਬ ਵਿੱਚ ਹੋ ਰਹੀਆਂ ਵਾਰਦਾਤਾਂ ਦੇ ਨਾਲ ਨਾਲ ਅਖਬਾਰੀ ਤੌਰ 'ਤੇ ਵਾਕਫ ਮੇਰੇ ਇਹ ਗੈਰ ਪੰਜਾਬੀ ਮਹਿਮਾਨ ਮੇਰੇ ਨਾਲ ਹਮਦਰਦੀ ਤਾਂ ਜ਼ਾਹਰ ਕਰਦੇ ਹੀ ਸਨ। ਕਈ ਬੈਠੇ ਬੈਠੇ ਮੇਰੇ ਸਾਹਮਣੇ ਹੀ ਸਿਰਫਿਰੀ ਸਿੱਖਾਂ ਦੀ ਕੌਮ ਨੂੰ ਪੁਣਨ ਬਹਿ ਜਾਂਦੇ ਸਨ।
ਉਦੋਂ ਮੈਨੂੰ ਆਪਣੇ ਸਿੱਖ ਹੋਣ ਬਾਰੇ ਖੁੱਲ੍ਹ ਕੇ ਕਹਿਣ ਦੀ ਲੋੜ ਭਾਸਦੀ ਸੀ। ਆਪਣੇ ਸੁਹਿਰਦ ਪਰ ਘੱਟ ਜਾਣਕਾਰ ਮਹਿਮਾਨਾਂ ਨੂੰ ਇਹ ਦੱਸਣ ਦੀ ਲੋੜ ਜ਼ਰੂਰੀ ਸੀ ਕਿ ਸਾਰੇ ਸਿੱਖ ਸਿਰਫਿਰੇ ਨਹੀਂ ਹੁੰਦੇ, ਅਤੇ ਇਹੋ ਜਿਹੇ ਸਿਰਫਿਰੇ ਲੋਕ ਸਿਰਫ ਪੰਜਾਬੀ ਹਿੰਦੂਆਂ ਹੀ ਨਹੀਂ ਉਹਨਾਂ ਸਿੱਖਾਂ ਨੂੰ ਵੀ ਸੋਧ ਰਹੇ ਹਨ ਜੋ ਉਹਨਾਂ ਦੇ ਸਿਰਫਿਰੇਪਣ ਨਾਲ ਸਹਿਮਤ ਨਹੀਂ ਹਨ, ਕਿਉਂਕਿ ਪੰਜਾਬੀ ਦੇ ਉਸ ਦੌਰ 'ਚ ਬੜੇ ਸਿੱਖ ਮਾਰੇ ਗਏ ਸੀ। ਆਪਣੀ ਗੱਲ ਨੂੰ ਸਪਸ਼ਟ ਕਰਨ ਲਈ ਮੇਰੇ ਕੋਲ ਆਪਣੇ ਹੀ ਪਰਿਵਾਰ ਦੀਆਂ ਮਿਸਾਲਾਂ ਸਨ। ਫਰਵਰੀ 1984 ਵਿੱਚ ਪ੍ਰੀਤਨਗਰ ਦੀਆਂ ਬਰੂਹਾਂ 'ਤੇ ਮੇਰੇ ਮਾਮੇ ਦੇ ਪੁੱਤ ਭਰਾ ਸੁਮੀਤ ਸਿੰਘ ਨੂੰ ਅਤੇ ਕੁਝ ਦਿਨਾਂ ਮਗਰੋਂ ਪ੍ਰੀਤਨਗਰ ਵਿੱਚ ਹੀ ਮੇਰੇ ਮਾਮੇ ਪਰਮਜੀਤ ਸਿੰਘ ਨੂੰ ਕਤਲ ਕੀਤਾ ਜਾ ਚੁੱਕਾ ਸੀ। ਇਸੇ ਸਾਲ ਦੇ ਬਾਅਦ ਵਿੱਚ ਜੂਨ ਦੇ ਮਹੀਨੇ ਵਿੱਚ ਹੋਈ ਨੀਲਾ ਤਾਰਾ ਕਾਰਵਾਈ ਦੌਰਾਨ ਸਰਕਾਰ ਨੇ ਸਿਰਫ ਭਿੰਡਰਾਂਵਾਲੇ ਨੂੰ ਨਹੀਂ ਸੀ ਮਾਰ ਮੁਕਾਉਣਾ, ਹਰਿਮੰਦਰ ਸਾਹਿਬ ਉੱਤੇ ਫੌਜੀ ਚੜ੍ਹਾਈ ਦੇ ਦੌਰਾਨ ਅਕਾਲ ਤਖਤ ਦੇ ਹੋਏ ਨੁਕਸਾਨ ਕਾਰਨ ਸਿੱਖ ਮਾਨਸਿਕਤਾ ਨੂੰ ਵੀ ਡੂੰਘਿਆਂ ਪੱਛ ਜਾਣਾ ਸੀ। ਇਸੇ ਸਾਲ ਅਕਤੂਬਰ ਦੇ ਆਖਰੀ ਦਿਨ ਭਾਰਤ ਦੀ ਪ੍ਰਧਾਨ ਮੰਤਰੀ ਨੇ ਆਪਣੇ 2 ਸਿੱਖ ਅੰਗ ਰੱਖਿਅਕਾਂ ਰਾਹੀਂ ਕਤਲ ਹੋਣਾ ਸੀ, ਜਿਹਦਾ ਇਫਜ਼ਾਨਾ ਦਿੱਲੀ ਦੇ ਅਤੇ ਕੁਝ ਹੋਰ ਥਾਵਾਂ ਦੇ ਵੀ ਹਜ਼ਾਰਾਂ ਬੇਦੋਸ਼ੇ ਸਿੱਖਾਂ ਦੀਆਂ ਜਾਨਾਂ ਤੁਰੰਡ ਕੇ ਲਿਆ ਜਾਣਾ ਸੀ। ਇਹ ਫਿਰਕੂ ਜਨੂਨ ਦੇ ਸਿਆਸੀ ਧਿਰਾਂ ਵੱਲੋਂ ਭੜਕਾਈਆਂ ਗਈਆਂ ਧਰਮ ਆਧਾਰਿਤ ਨਫ਼ਰਤਾਂ ਦੇ ਨੰਗੇ ਨਾਚ ਸਨ। ਹਿੰਦੂਆਂ ਅਤੇ ਸਿੱਖਾਂ ਵਿਚਕਾਰ ਪਾ ਦਿੱਤੀ ਗਈ ਦਰਾੜ ਦੇ ਡੂੰਘੇਰੇ ਹੋ ਜਾਣ ਦਾ ਸਮਾਂ। ਇਹਨਾਂ ਦਿਨਾਂ ਵਿੱਚ ਮੈਨੂੰ ਆਪਣੀ ਸਿੱਖ ਪਛਾਣ ਉੱਤੇ ਡਟ ਕੇ ਪਹਿਰਾ ਦੇਣ ਦੀ ਲੋੜ ਭਾਸੀ ਸੀ। ਇਸ ਪਛਾਣ ਨੂੰ ਲੁਕਾ ਕੇ ਰੱਖਣਾ, ਆਪਣੇ ਕੋਨੇ ਮੋਨੇ ਰੂਪ ਰਾਹੀਂ ਹਿੰਦੂ ਬਹੁਗਿਣਤੀ ਵਿੱਚ ਘੁਲ ਜਾਣਾ, ਜਾਂ ਤਾਂ ਨਿਰੋਲ ਨਿੱਜੀ ਤੌਰ 'ਤੇ ਕਾਇਰਤਾ ਹੁੰਦੀ, ਸਗੋਂ ਇਸ ਦਾ ਖੁੱਲ੍ਹ ਕੇ ਪ੍ਰਗਟਾਵਾ ਕਰਨਾ ਮੈਨੂੰ ਜਾਪਦਾ ਸੀ ਕਿ ਸਿੱਖ ਧਰਮ ਦੇ ਪੈਰੋਕਾਰਾਂ ਬਾਰੇ ਉਸ ਸਮੇਂ ਭਾਰਤੀਆਂ ਦੇ ਮਨਾਂ ਵਿੱਚ ਫੈਲ ਗਏ ਤਵੱਸਬਾਂ ਨੂੰ ਮੇਟਣ ਲਈ ਮੇਰੇ ਲਈ ਕਾਰਗਰ ਪੈਂਤੜਾ ਬਣ ਗਿਆ ਸੀ। ਕਿਉਂਕਿ ਮੈਂ ਜੇ ਕਹਿਣਾ ਕਿ ਮੈਂ ਸਿੱਖ ਹਾਂ ਅਤੇ ਲੋਕ ਸੋਚਦੇ ਨੇ ਕਿ ਮੈਂ ਸਿਆਣਾ ਵਾਂ, ਅਤੇ ਫਿਰ ਉਹਨਾਂ ਨੂੰ ਲੱਗਦਾ ਕਿ ਸਾਰੇ ਸਿੱਖ ਥੋੜ੍ਹੀ ਇੰਝ ਹੁੰਦੇ ਨੇ, ਕਿਉਂਕਿ ਉਦੋਂ ਲੱਗਦਾ ਹੁੰਦਾ ਸੀ ਤੁਸੀਂ ਉਦੋਂ ਤੁਹਾਡੇ 'ਚ ਬਹੁਤੇ ਜੰਮੇ ਨਹੀਂ ਸਨ, ਅੱਧਾ ਹਿੰਦੁਸਤਾਨ ਸਮਝਦਾ ਸੀ ਕਿ ਸਾਰੇ ਹੀ ਸਿੱਖ ਜਿਹੜੇ ਨੇ ਨਾ ਉਹ ਜਨੂਨੀ ਨੇ, ਜਿਵੇਂ ਅੱਜ ਕੱਲ੍ਹ ਮੁਸਲਮਾਨਾਂ ਬਾਰੇ ਸਮਝਿਆ ਜਾਂਦਾ। ਤਕਰੀਬਨ ਹਿੰਦੁਸਤਾਨ 'ਚ ਹਾਲਤ ਸੀ। ਪੰਜਾਬ ਤੋਂ ਬਾਹਰ ਨਿਕਲੋ, ਉਹਨਾਂ ਨੂੰ ਲੱਗਦਾ ਸੀਗਾ ਵੀ ਹਰ ਸਿੱਖ ਜਿਹੜਾ ਕਮਲਾ ਹੋਇਆ ਹੈ। ਉਹ ਮੰਦਭਾਗਾ ਦੌਰ ਆਇਆ ਅਤੇ ਲੰਘ ਗਿਆ। ਬੜੀਆਂ ਸਾਰੀਆਂ ਜਾਨਾਂ ਅਜਾਈ ਗਈਆਂ, ਕਿੰਨੇ ਸਾਰੇ ਹਿਰਦੇ ਹਮੇਸ਼ਾ ਲਈ ਵਲੂੰਦਰੇ ਗਏ। ਪਰ ਅੱਜ 30 ਵਰ੍ਹੇ ਬਾਅਦ ਉਸ ਕਾਲੇ ਕੁਲਹਿਣੇ ਦੌਰ ਨੂੰ ਚੇਤੇ ਕਰਦਾ ਹਾਂ ਤਾਂ ਤਸੱਲੀ ਦੀ ਗੱਲ ਇਹ ਜਾਪਦੀ ਹੈ ਕਿ ਹੁਣ ਸਿੱਖ ਧਰਮ ਦੇ ਪੈਰੋਕਾਰਾਂ ਨੂੰ ਸਿਰਫਿਰੇ ਜਾਂ ਅੱਤਵਾਦੀ ਹੋਣ ਦੇ ਤੁਲ ਨਹੀਂ ਸਮਝਿਆ ਜਾਂਦਾ। ਅੱਜ ਦੇ ਜੇਕਰ ਕੋਈ ਗੱਲ ਕਰੇ ਨਾ ਕਿ ਜਨੂਨੀ ਨੇ ਲੋਕ, ਤਾਂ ਲੋਕੀ ਸਿੱਖਾਂ ਬਾਰੇ ਨਹੀਂ ਸੋਚਦੇ, ਉਹ ਮੁਸਲਮਾਨਾਂ ਬਾਰੇ ਸੋਚਦੇ। ਪਰਦੇਸ ਵਿੱਚ, ਪਰ ਸਿਰਫ ਨਾਮੁਰਾਦ ਸਮਿਆਂ ਵਿੱਚ ਹੀ ਨਹੀਂ, ਕਈ ਵਾਰ ਬਿਲਕੁਲ ਕੂਲੇ, ਸਹਿਜ ਅਤੇ ਸੁਖਾਵੇਂ ਮਾਹੌਲ ਵਿੱਚ ਵੀ ਮੈਂ ਆਪਣੇ ਸਿੱਖ ਹੋਣ ਨੂੰ ਨਸ਼ਰ ਕਰਨਾ ਆਪਣਾ ਫਰਜ਼ ਸਮਝਦਾ ਹਾਂ। ਬਹੁਤੀ ਵਾਰ ਇਹ ਮੌਕੇ ਕਿਸੇ ਪਰਦੇਸ ਦੀ ਫੇਰੀ ਦੇ ਦੌਰਾਨ ਆਉਂਦੇ ਹਨ। ਪਰਦੇਸ ਵਿੱਚ ਮੇਰੀ ਪਹਿਲੀ ਪਛਾਣ ਭਾਰਤੀ ਵਜੋਂ ਹੁੰਦੀ ਹੈ ਅਤੇ ਦੂਜੇ ਪੱਧਰ ਦੀ ਪਛਾਣ ਧਾਰਮਿਕ ਪਿਛੋਕੜ ਦੀ। ਜਿਵੇਂ ਭਾਰਤ ਰਹਿੰਦਿਆਂ ਮੇਰੀ ਪਹਿਲੀ ਪਛਾਣ ਪੰਜਾਬੀ ਵਜੋਂ ਹੈ ਅਤੇ ਧਾਰਮਿਕ ਪਿਛੋਕੜ ਦੀ ਵਾਰੀ ਇਸ ਤੋਂ ਬਾਅਦ ਆਉਂਦੀ ਹੈ। ਕਈ ਵਾਰ ਤਾਂ ਆਉਂਦੀ ਹੀ ਨਹੀਂ। ਭਾਰਤ ਦੇ ਹੋਰਨਾਂ, ਖਾਸ ਕਰ ਦੁਰੇਡਲੇ ਸੂਬਿਆਂ ਵਿੱਚ ਘੁੰਮਦਿਆਂ ਕਿਸੇ ਦਾ ਇਹ ਪੁੱਛ ਲੈਣਾ ਸੁਭਾਵਕ ਹੈ ਕਿ ਤੁਸੀਂ ਕਿੱਥੋਂ ਆਏ ਹੋ। ਪੰਜਾਬ ਦਾ ਨਾਂ ਸੁਣ ਕੇ ਕਦੀ ਕਦਾਈ ਕੋਈ ਵਿਰਲਾ ਸਿੱਖ ਸੱਜਣ ਇਹ ਵੀ ਪੁੱਛ ਲੈਂਦਾ ਹੈ ਕਿ ਤੁਸੀਂ ਹਿੰਦੂ ਹੋ ਜਾਂ ਸਿੱਖ ਹੋ। ਪਰ ਪਰਦੇਸ ਵਿੱਚ ਮੇਰੀ ਦੁਜੈਲੀ ਯਾਨੀ ਧਾਰਮਿਕ ਪਛਾਣ ਬਾਰੇ ਜਿਗਿਆਸਾ ਕਿਤੇ ਵਧੇਰੇ ਲੱਭਦੀ ਹੈ। ਮੈਂ ਪੰਜਾਬੀ ਹਾਂ ਜਾਂ ਮਦਰਾਸੀ, ਇਹਦੇ ਨਾਲ ਪਰਦੇਸੀਆਂ ਨੂੰ ਘੱਟ ਹੀ ਸਰੋਕਾਰ ਹੁੰਦਾ ਹੈ। ਇਹ ਸਾਰੇ ਸਾਡੇ ਭਾਰਤੀਆਂ ਦੇ ਅੰਦਰੂਨੀ ਪਛਾਣ ਘੇਰੇ ਹਨ। ਆਮ ਤੌਰ ਉੱਤੇ ਪਰਦੇਸ ਵਿੱਚ ਇਹ ਜਾਣ ਕੇ ਕਿ ਮੈਂ ਭਾਰਤੀ ਹਾਂ ਫਰਜ਼ ਕਰ ਲਿਆ ਜਾਂਦਾ ਹੈ ਕਿ ਮੈਂ ਹਿੰਦੂ ਹਾਂ। ਪਰ ਕਈ ਥਾਈਂ ਮੇਰੇ ਕੋਲੋਂ ਇਹ ਵੀ ਪੁੱਛਿਆ ਗਿਆ ਕਿ ਤੁਸੀਂ ਬੋਧੀ ਹੋ। ਜਿਸ ਤਰ੍ਹਾਂ ਮੈਂ ਵੀਅਤਨਾਮ ਜਾਂ ਥਾਈਲੈਂਡ 'ਚ ਹੋਵਾਂ ਤਾਂ ਉਹ ਪੁੱਛ ਲੈਂਦੇ ਨੇ ਬੋਧੀ, ਕਿਉਂਕਿ ਉਹਨਾਂ ਦਾ ਮੇਨ ਧਰਮ ਬੁੱਧਿਜ਼ਮ ਹੈ। ਜਾਂ ਕਈ ਵਾਰੀ ਇਹ ਵੀ ਪੁੱਛਿਆ ਗਿਆ ਮੈਨੂੰ, ਜੇ ਮੈਂ ਮਿਸਰ 'ਚ ਜਾਂ ਇਰਾਕ 'ਚ ਜਾਂ ਜਾਰਡਨ 'ਚ ਹੋਵਾਂ, ਕਿ ਤੁਸੀਂ ਮੁਸਲਮਾਨ ਹੋ, ਕਿਉਂਕਿ ਉਹਨਾਂ ਨੂੰ ਪਤਾ ਹਿੰਦੁਸਤਾਨ 'ਚ ਬਹੁਤ ਸਾਰੇ ਮੁਸਲਮਾਨ ਵਸਦੇ ਹੈ। ਇਹਦਾ ਕਾਰਨ ਸ਼ਾਇਦ ਇਹ ਹੈ ਕਿ ਇਹਨਾਂ ਥਾਵਾਂ ਉੱਤੇ ਪ੍ਰਚਲਿਤ ਧਰਮਾਂ ਕਾਰਨ ਸਥਾਨਕ ਲੋਕਾਂ ਨੂੰ ਸੋਝੀ ਹੁੰਦੀ ਹੈ ਕਿ ਉਹਨਾਂ ਦੇ ਆਪਣੇ ਧਰਮ ਦੇ ਪੈਰੋਕਾਰ ਭਾਰਤ ਵਿੱਚ ਵੀ ਵਸਦੇ ਹਨ, ਅਤੇ ਪੁੱਛਣ ਵਾਲਾ ਤੁਹਾਡੇ ਨਾਲ ਕੋਈ ਸਾਂਝ ਦਾ ਸਿਰਾ ਪਾਲ ਰਿਹਾ ਹੁੰਦਾ ਹੈ। ਪੱਛਮੀ ਮੁਲਕਾਂ ਵਿੱਚ ਧਾਰਮਿਕ ਅਕੀਦੇ ਬਾਰੇ ਘੱਟ ਹੀ ਪੁੱਛਿਆ ਜਾਂਦਾ ਹੈ। ਜੇ ਕੋਈ ਵਿਰਲਾ ਟਾਵਾਂ ਪੁੱਛ ਵੀ ਲਵੇ ਤਾਂ ਸਵਾਲ ਇਹ ਹੁੰਦਾ ਕਿ ਤੁਸੀਂ ਕਿਸ ਚਰਚ ਨੂੰ ਮੰਨਦੇ ਹੋ, ਕਿਉਂਕਿ ਈਸਾਈ ਧਰਮ ਵਿੱਚ ਆਪਣੀਆਂ ਕਈ ਅੰਦਰੂਨੀ ਧਾਰਾਵਾਂ ਹਨ। ਅਜਿਹੇ ਮੌਕਿਆਂ ਉੱਤੇ ਮੈਂ ਹਮੇਸ਼ਾ ਇਹ ਸਪਸ਼ਟ ਕਰਦਾ ਹਾਂ ਕਿ ਮੈਂ ਹਿੰਦੂ ਜਾਂ ਬੋਧੀ ਜਾਂ ਮੁਸਲਮਾਨ ਜਾਂ ਈਸਾਈ, ਜੋ ਵੀ ਮੈਨੂੰ ਉਸ ਵੇਲੇ ਸਮਝਿਆ ਜਾ ਰਿਹਾ ਹੋਵੇ, ਨਹੀਂ ਹਾਂ, ਸਗੋਂ ਸਿੱਖ ਪਰਿਵਾਰ ਵਿੱਚੋਂ ਹਾਂ। ਅਤੇ ਬਹੁਤੀ ਵਾਰ ਜਦੋਂ ਇਸ ਸਵਾਲਕਰਤਾ ਲਈ ਸਿੱਖ ਧਰਮ ਦਾ ਨਾਂ ਹੀ ਓਪਰਾ ਹੋਵੇ ਤਾਂ ਸਿੱਖੀ ਦੇ ਇਤਿਹਾਸ ਅਤੇ ਮੂਲ ਧਾਰਨਾਵਾਂ ਬਾਰੇ ਉਹਨਾਂ ਨੂੰ ਮੁੱਢਲੀ ਜਾਣਕਾਰੀ ਵੀ ਮੈਂ ਬੜੀ ਖੁਸ਼ੀ ਨਾਲ ਦਿੰਦਾ ਹਾਂ।
ਭਾਵੇਂ ਇਹ ਕਹਿਣੋਂ ਵੀ ਕਦੇ ਨਹੀਂ ਉਕਦਾ ਕਿ ਮੈਂ ਧਾਰਮਿਕ ਵਿਸ਼ਵਾਸਾਂ ਦਾ ਧਾਰਨੀ ਨਹੀਂ। ਕੀ ਫਰਕ ਪੈਂਦਾ ਹੈ ਜੇਕਰ ਕੋਈ ਪਰਦੇਸੀ ਮੈਨੂੰ ਹਿੰਦੂ ਜਾਂ ਬੋਧੀ ਜਾਂ ਮੁਸਲਮਾਨ ਜਾਂ ਈਸਾਈ ਸਮਝ ਲਏ? ਮੇਰੇ ਵਰਗਾ ਨਾਸਤਕ ਇੰਨੇ ਉਚੇਚ 'ਚ ਕਿਉਂ ਪੈਂਦਾ ਹੈ? ਆਪਣੇ ਆਪ ਨੂੰ ਸਿੱਖ ਦਰਸਾਉਣ ਲਈ ਐਡੀ ਖੇਚਲ ਕਿਉਂ ਕਰਦਾ ਹੈ? ਇਹਦਾ ਕਾਰਨ ਇਹ ਹੈ ਕਿ ਧਰਮ ਨਿਰੋਲ ਵਿਸ਼ਵਾਸਾਂ ਦੀ ਵਲਗਣ ਨਹੀਂ, ਸੱਭਿਆਚਾਰਕ ਪਸਾਰ ਵੀ ਹੁੰਦਾ ਹੈ, ਇੱਕ ਜੀਵਨ ਜਾਚ ਵੀ ਹੁੰਦਾ ਹੈ, ਰਵਾਇਤਾਂ ਤੇ ਰਹੁ ਰੀਤਾਂ ਦਾ ਵਿਰਸਾ ਵੀ ਹੁੰਦਾ ਹੈ। ਇਸੇ ਕਾਰਨ ਖੁਸ਼ੀ ਦਾ ਮੌਕਾ ਹੋਵੇ ਜਾਂ ਗਮੀ ਦਾ, ਸਿੱਖ ਰਵਾਇਤਾਂ, ਅਰਦਾਸਾਂ, ਲਾਵਾਂ ਫੇਰੇ, ਕੀਰਤਨ ਮੇਰੇ ਅੰਦਰ ਸੁੱਤੇ ਸਿੱਧ ਇੱਕ ਤਾਰ ਜੋੜ ਲੈਂਦੇ ਹਨ। ਮੈਨੂੰ ਅਜਿਹੇ ਮੌਕਿਆਂ 'ਤੇ ਕਦੇ ਵੀ ਓਪਰਾ ਮਹਿਸੂਸ ਨਹੀਂ ਹੁੰਦਾ। ਮੈਂ ਰਹੁ ਰੀਤਾਂ ਤੋਂ ਮੁਕਤ ਹਾਂ, ਪਰ ਉਹਨਾਂ ਦੀ ਤਰਤੀਬ, ਉਹਨਾਂ ਪਿਛਲੀ ਭਾਵਨਾ ਮੈਨੂੰ ਵਿਰਸੇ ਵਿੱਚ ਮਿਲੇ ਹਨ, ਜੋ ਮੇਰੇ ਚੇਤਨ ਵਿੱਚ ਹੀ ਨਹੀਂ ਮੇਰੇ ਅਵਚੇਤਨ ਦਾ ਵੀ ਹਿੱਸਾ ਹਨ। ਮੈਂ ਇਸ ਵਿਰਸੇ ਵਿਚਲੀਆਂ ਵੇਲਾ ਵਿਹਾ ਚੁੱਕੀਆਂ ਕਦਰਾਂ ਕੀਮਤਾਂ ਨੂੰ ਤਾਂ ਛੱਡ ਸਕਦਾ ਹਾਂ, ਪਰ ਆਪਣੇ ਸਮੁੱਚੇ ਵਿਰਸੇ ਨੂੰ ਕਿਵੇਂ ਨਕਾਰ ਦਿਆਂ? ਸੋ ਮੈਨੂੰ ਇਹ ਠੀਕ ਨਹੀਂ ਲੱਗਦਾ ਕਿ ਕੋਈ ਮੈਨੂੰ ਕਿਸੇ ਹੋਰ ਧਰਮ ਦਾ ਧਾਰਨੀ ਸਮਝ ਬੈਠੇ। ਤੇ ਇਹੋ ਕਾਰਨ ਹੈ ਕਿ ਸੁਚੇਤ ਤੌਰ ਉੱਤੇ ਆਪਣੀ ਮਰਜ਼ੀ ਨਾਲ ਤੇ ਮੈਂ ਆਪਣੇ ਨਾਂ ਨਾਲੋਂ ਸਿੰਘ ਹਟਾਉਣ ਦਾ ਫੈਸਲਾ ਲੈ ਸਕਦਾ ਹਾਂ, ਪਰ RSS ਦੇ ਸੰਚਾਲਕ ਮੋਹਨ ਭਾਗਵਤ ਦੇ ਇਸ ਬਿਆਨ ਨੂੰ ਹਜ਼ਮ ਨਹੀਂ ਕਰ ਸਕਦਾ ਕਿ ਸਾਰੇ ਭਾਰਤੀ ਹਿੰਦੂ ਹਨ। ਹਿੰਦੂ ਧਰਮ ਤੇ ਇਹਦੇ ਪੈਰੋਕਾਰਾਂ ਬਾਰੇ ਮੇਰੇ ਮਨ ਅੰਦਰ ਕੋਈ ਦੁਰਭਾਵਨਾ ਨਹੀਂ। ਮੈਂ ਜਾਣਦਾ ਹਾਂ ਕਿ ਮੇਰੇ ਸਿੱਖ ਵੀਰਾਂ ਵਾਂਗ ਉਹਨਾਂ ਅੰਦਰ ਵੀ ਭਾਂਤ-ਭਾਂਤ ਦੇ ਲੋਕ ਸ਼ਾਮਲ ਹਨ, ਸੁਹਿਰਦ ਵੀ, ਸਿਰਫਿਰੇ ਵੀ, ਸਿਆਣੇ ਵੀ ਤੇ ਕਮਲੇ ਵੀ। ਪਰ ਮੈਂ ਭਾਗਵਤ ਦੇ ਭਗਵੇ ਕਰਨ ਦੇ ਏਜੰਡੇ ਦੀ ਇਸ ਕੂਚੀ ਹੇਠ ਆਪਣੀ ਧਾਰਮਿਕ ਪਿਛੋਕੜ ਉੱਤੇ ਪੋਚਾ ਫੇਰਨ ਦੀ ਸਾਜ਼ਿਸ਼ ਤੋਂ ਇਨਕਾਰੀ ਹਾਂ। ਮੈਂ ਆਪਣੀ ਪਛਾਣ ਬਤੌਰ ਸਿੱਖ ਹੀ ਕਾਇਮ ਰੱਖਣਾ ਚਾਹੁੰਦਾ ਹਾਂ, ਦੋਇਮ ਦਰਜੇ ਯਾਨੀ ਸੈਕੰਡ ਡਿਗਰੀ ਦੇ ਸਿੱਖ/ਹਿੰਦੂ ਵਾਲੀ ਨਹੀਂ। ਇਸ ਪਛਾਣ ਨੂੰ ਕਾਇਮ ਰੱਖਣ ਦਾ ਫੈਸਲਾ ਮੇਰਾ ਹੈ, ਮੇਰੇ ਵਿਰਸੇ 'ਚੋਂ ਉਪਜਿਆ ਹੈ, ਅਤੇ ਕਿਸੇ ਹੋਰ ਕੋਲੇ ਨੂੰ ਬਦਲਣ ਜਾਂ ਮੇਟਣ ਦਾ ਅਧਿਕਾਰ ਨਹੀਂ। ਲੰਘੀਆਂ ਚੋਣਾਂ ਵਿੱਚ ਹੋਈ ਜਿੱਤ ਨੂੰ, 2014 ਦੀਆਂ ਚੋਣਾਂ ਹੋਈਆਂ ਸੀ ਜਦੋਂ ਮੋਦੀ ਆਇਆ ਸੀ, ਮੋਹਨ ਭਾਗਵਤ ਤੇ ਉਹਦੇ ਵਰਗੇ ਹੋਰ ਬੁਲਾਰੇ ਹਿੰਦੂਤਵ ਦੀ ਜਿੱਤ ਸਮਝ ਕੇ ਬਹੁ ਧਰਮੀ ਤੇ ਬਹੁ ਵਿਰਸਿਆਂ ਵਾਲੇ ਭਾਰਤ ਨੂੰ ਹਿੰਦੂਆਂ ਦਾ ਪਾਕਿਸਤਾਨ ਬਣਾਉਣ ਦੀ ਕੋਸ਼ਿਸ਼ ਨਾ ਕਰਨ। ਹੁਣ ਇਹ ਜਿਹੜਾ ਆਰਟੀਕਲ ਹੈ, ਇਹ ਅਸਲ 'ਚ ਮੈਂ ਸਾਰੀ ਗੱਲ ਤੇ ਆਪਣੀ ਸਿੱਖੀ ਬਾਰੇ ਕਰ ਰਿਹਾ, ਪਰ ਮੈਂ ਜਿੱਥੇ ਜਾ ਕੇ ਇਹਨੂੰ ਖਤਮ ਕਰਦਾ ਨਾ, ਮੈਂ ਐਕਚੁਅਲੀ ਆਈਡੀਆ ਜਿਹੜਾ ਮੇਰਾ ਮਨ 'ਚ ਹੈਗਾ ਕਿ ਤੁਸੀਂ ਇਹ ਨਹੀਂ ਕਰ ਸਕਦੇ ਕਿ ਸਾਡਾ ਜਿਹੜਾ ਮੁਲਕ ਹੈ, ਜਿਹੜਾ ਕਿ ਬਣਿਆ ਹੀ ਬਹੁਤ ਧਰਮੀ ਬਹੁਤ ਕੌਮੀ ਸੀਗਾ, ਉਹਨੂੰ ਇੱਕ ਹਿੰਦੂ ਦੀ ਉੱਚੀ ਦੇ ਥੱਲੇ ਕਰੋ। ਮੈਨੂੰ ਕੋਈ ਮਤਲਬ, ਮੈਂ ਇਹਦੇ 'ਚ ਬਾਰ-ਬਾਰ ਗੱਲ ਕਰਦਾ ਕਿ ਮੈਨੂੰ ਹਿੰਦੂਆਂ ਨਾਲ ਕੋਈ ਵਿਤਕਰਾ ਨਹੀਂ। ਸੋ ਇਹ ਮੈਂ ਤੁਹਾਨੂੰ ਕਿਉਂ ਪੜ੍ਹਿਆ? ਮੈਨੂੰ ਜਾਪਦਾ ਕਿ ਮੈਂ ਗਲਪ ਚੁਣੀ ਇਸ ਲਈ ਹੈ ਕਿ ਮੇਰੇ ਕੋਲ ਗਲਪ ਤੋਂ ਦੀ ਰਾਹ ਤੋਂ ਮੈਂ ਵੱਖ ਹੋ ਕੇ ਵਾਰਤਕ ਚੁਣੀ ਇਸ ਲਈ ਹੈ ਕਿਉਂਕਿ ਮੈਨੂੰ ਲੱਗਦਾ ਕਿ ਮੇਰੇ ਅੰਦਰ ਜੋ ਕੁਝ ਰੋਹ ਬਲਦਾ ਰਹਿੰਦਾ ਨਾ, ਉਹ ਹਮੇਸ਼ਾ ਕਹਾਣੀ ਲਈ ਨਹੀਂ ਨਿਕਲ ਸਕਦਾ। ਕਹਾਣੀ ਉਹਦਾ ਠੀਕ ਜ਼ਰੀਆ ਹੀ ਨਹੀਂ ਹੈ, ਮੈਨੂੰ ਲਿਮਿਟਿਡ ਲੱਗਦੀ ਹੈ। ਇਹ ਕਾਰਨ ਹੈ ਕਿ ਮੈਂ ਜਾਂ ਮੇਰੇ ਵਰਗੇ ਕਈ ਹੋਰ ਲੋਕ ਹੈ ਜਿਹੜੇ ਕਿ ਚੰਗੇ ਕਹਾਣੀਕਾਰ ਹੁੰਦੇ ਨੇ, ਇਹਦੇ ਬਾਵਜੂਦ ਉਹ ਕਈ ਵਾਰੀ ਵਾਰਤਕ ਦੀ ਕੋਈ ਹੋਰ ਵਿਧਾ ਵਰਤਦੇ, ਔਰ ਵਾਰਤਕ ਆਪਣੇ ਆਪ ਵਿੱਚ ਮੈਨੂੰ ਜਾਪਦਾ ਹੈ ਕਿ ਨਿਰੋਲ ਕਹਾਣੀ ਜਾਂ ਨਾਵਲ ਨਾਲੋਂ, ਮੇਰੀ ਧਾਰਨਾ ਹੈ, ਕਈ ਲੋਕਾਂ ਦੀ ਹੋਰ ਵੀ ਹੋ ਸਕਦੀ, ਕਈ ਲੋਕ ਸਮਝਦੇ ਕਿ ਨਾਵਲ ਇਜ਼ ਦੀ ਅਲਟੀਮੇਟ ਪ੍ਰੋਜ਼, ਪਰ ਮੈਨੂੰ ਜਾਪਦਾ ਹੈ ਕਿ ਚੰਗੀ ਵਾਰਤਕ ਜਿਹੜੀ ਹੁੰਦੀ ਹੈ ਨਾ, ਉਹ ਲਿਖਣਾ ਬਹੁਤ ਜ਼ਰੂਰੀ ਹੈ, ਵਰਨਾ ਜ਼ਬਾਨ ਵੀ ਵਿਕਾਸ ਨਹੀਂ ਕਰ ਸਕਦੀ। ਇੱਕ ਹੋਰ ਗੱਲ ਹੈ ਵਾਰਤਕ ਬਾਰੇ, ਵਾਰਤਕ ਰਾਹੀਂ ਤੁਸੀਂ ਨਵੇਂ ਲਫ਼ਜ਼ ਬੋਲੀ 'ਚ ਲਿਆ ਸਕਦੇ। ਜਦੋਂ ਤੁਸੀਂ ਕਹਾਣੀ ਲਿਖ ਰਹੇ ਹੋ ਨਾ, ਤੁਸੀਂ ਖਾਸ ਕਰਕੇ ਜਦੋਂ ਪਾਤਰਾਂ ਦੇ ਮੂੰਹੋਂ ਕੁਝ ਕਢਾ ਰਹੇ ਹੋ, ਤੁਸੀਂ ਨਵੇਂ ਲਫ਼ਜ਼ ਜੇ ਬਹੁਤ ਜ਼ਿਆਦਾ ਵਰਤੋਗੇ ਨਾ, ਉਹ ਪਾਤਰਾਂ ਦੀ ਜ਼ਬਾਨ ਓਪਰੀ ਲੱਗੇਗੀ, ਉਹ ਪਤਾ ਲੱਗਦਾ ਕਿ ਪਾਤਰ ਕੋਈ ਬੰਦਾ ਬੋਲਦਾ ਨਹੀਂ। ਤੁਸੀਂ ਜੇ ਤੁਹਾਡੇ ਪਾਤਰ ਇੰਜ ਦੀ ਜ਼ਬਾਨ 'ਚ ਬੋਲਣ ਜਿਹੜੀ ਅਸੀਂ ਜ਼ਬਾਨ ਆਮ ਵਰਤੋਂ 'ਚ ਨਹੀਂ ਲਿਆਉਂਦੇ, ਤੇ ਉਹ ਬਹੁਤ ਨਕਲੀ, ਮਸਨੂਈ, ਗੈਰ ਕੁਦਰਤੀ ਲੱਗਣ ਲੱਗ ਪੈਂਦੀ ਹੈ। ਪਰ ਕਿਸੇ ਵੀ ਲੇਖਕ ਕੋਲ ਜੇ ਉਹ ਚਾਹੁੰਦਾ ਹੈ ਕਿ ਉਹਦੀ ਸ਼ਬਦ ਭੰਡਾਰ ਉਹਦੀ ਆਪਣੀ ਜ਼ਬਾਨ ਦਾ ਹੀ ਵਧੇ, ਔਰ ਪੰਜਾਬੀ ਨਾ ਵਿਕਾਸ ਕਰ ਰਿਹਾ, ਵੈਸੇ ਸਾਰੀਆਂ ਹੀ ਜ਼ਬਾਨਾਂ ਵਿਕਾਸ ਕਰ ਰਹੀਆਂ ਹੁੰਦੀਆਂ, ਪਰ ਪੰਜਾਬੀ ਮੈਂ ਖਾਸ ਤੌਰ 'ਤੇ ਮੰਨਦਾ ਵਿਕਾਸ ਕਰ ਰਹੀ ਜ਼ਬਾਨ ਹੈ, ਕਿਉਂਕਿ ਸਾਡੀ ਸ਼ਬਦਾਵਲੀ ਵਿੱਚ ਬਹੁਤ ਸਾਰੇ ਲਫ਼ਜ਼ ਜਿਹੜੇ ਉਹ ਲਿਆਉਣ ਦੀ ਲੋੜ ਹੈ, ਕਿਉਂਕਿ ਬੋਲਚਾਲ ਦੀ ਭਾਸ਼ਾ ਇੱਕ ਸੀਮਤ ਭਾਸ਼ਾ ਹੁੰਦੀ ਹੈ, ਉਹ ਅਸੀਂ ਜਿੰਨੀ ਘਰ 'ਚ ਵਰਤਦੇ ਹਾਂ ਉਹ ਕੋਈ 2-2.5 ਹਜ਼ਾਰ ਸ਼ਬਦਾਂ ਨਾਲ ਅਸੀਂ ਕੰਮ ਚਲਾ ਲੈਂਦੇ ਹਾਂ। ਪਰ ਜਦੋਂ ਤੁਸੀਂ ਕੁਝ ਫਲਸਫਾ ਸਮਝਾਉਣਾ ਹੁੰਦਾ ਹੈ ਜਾਂ ਆਲੋਚਨਾ ਸਮਝਾਉਣੀ ਹੁੰਦੀ, ਤੁਹਾਨੂੰ ਨਵੇਂ ਲਫ਼ਜ਼ ਚਾਹੀਦੇ ਹੁੰਦੇ ਨੇ। ਕਈ ਵਾਰੀ ਬੜੇ ਭੈੜੇ ਵੀ ਘੜੇ ਜਾਂਦੇ ਨੇ। ਪੰਜਾਬੀ ਆਲੋਚਨਾ ਬਾਰੇ ਅੱਜ ਕੱਲ੍ਹ ਬੜਾ ਕਿਹਾ ਜਾਂਦਾ ਹੈ ਕਿ ਆਲੋਚਨਾ ਦੀ ਜਿਹੜੀ ਜ਼ਬਾਨ ਚੁਣ ਲਈ ਗਈ ਹੈ, ਉਹ ਕਈ ਵਾਰੀ ਸਿੱਧੀ ਅੰਗਰੇਜ਼ੀ ਤੋਂ ਇੰਝ ਲਈ ਗਈ ਹੈ ਕਿ ਆਪ ਹੀ ਅਨੁਵਾਦ ਕਰਨ ਵਾਲੇ ਨੂੰ ਪਤਾ ਨਹੀਂ ਉਹ ਕੀ ਕਰ ਰਿਹਾ। ਪਰ ਮੈਂ ਗੱਲ ਥੋੜ੍ਹੀ ਇੱਧਰ ਲੈ ਗਿਆ, ਗੱਲ ਵਿੱਚੋਂ ਹੈ ਕਿ ਵਾਰਤਕ ਵੀ ਮੇਰੇ ਲਈ ਮਹੱਤਵਪੂਰਨ ਇਸ ਲਈ ਹੈ ਕਿ ਇਹਦੇ ਰਾਹੀਂ ਮੈਨੂੰ ਜਾਪਦਾ ਹੈ ਕਿ ਨਵੇਂ ਲਫ਼ਜ਼ ਔਰ ਕੁਝ ਲਫ਼ਜ਼ ਜਿਹੜੇ ਆਮ ਤੌਰ 'ਤੇ ਨਹੀਂ ਵਰਤੇ ਜਾਂਦੇ, ਉਹ ਲੇਖਕ ਵਰਤ ਸਕਦਾ ਹੈ, ਔਰ ਉਹਦੇ ਨਾਲ ਜ਼ਬਾਨ ਅਮੀਰ ਹੀ ਹੁੰਦੀ ਹੈ। ਔਰ ਇਹਦੀ ਸਭ ਤੋਂ ਵੱਡੀ ਮਿਸਾਲ ਫਿਰ ਗੁਰਬਖਸ਼ ਸਿੰਘ ਪ੍ਰੀਚਲੜੀ ਨੇ, ਜਿਨ੍ਹਾਂ ਨੇ ਪੰਜਾਬੀ ਵਾਰਤਕ ਨੂੰ ਇੱਕ ਮਾਡਰਨ ਦਿਸ਼ਾ ਦਿੱਤੀ, ਵਰਨਾ ਵਾਰਤਕ ਜਿਹੜੀ ਸੀਗੀ ਉਹ ਤਕਰੀਬਨ ਧਾਰਮਿਕ ਰੰਗਤ ਵਾਲੀ ਵਾਰਤਕ ਸੀ।